attorney at law, New York and California, immigration, deportation, defense, appeals, family law ਅਤੇ bankruptcy ਲਈ ਸੰਪਰਕ ਕਰੋ। More than 17 years of legal experience, Jasprit Singh, attorney at law। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਤੁਹਾਡਾ ਆਪਣਾ ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ ਤੇ ਆਪਣਾ ਇਹ ਇਮੀਗ੍ਰੇਸ਼ਨ ਦਾ ਵੀਕਲੀ ਅਪਡੇਟਸ ਪ੍ਰੋਗਰਾਮ ਹੈ ਜਿਹਦੇ ਵਿੱਚ ਆਪਾਂ ਅਮਰੀਕਾ ਦੀ ਇਮੀਗ੍ਰੇਸ਼ਨ ਦੀ ਗੱਲ ਕਰਦੇ ਹਾਂ। ਤੇ ਪਹਿਲਾਂ ਤਾਂ ਆਪਾਂ ਗੱਲ ਕਰਾਂਗੇ ਜਿਹੜੀਆਂ ਇਸ ਹਫਤੇ ਦੀਆਂ ਇਮੀਗ੍ਰੇਸ਼ਨ ਦੀਆਂ ਘਟਨਾਵਾਂ ਨੇ ਤੇ ਉਸ ਤੋਂ ਬਾਅਦ ਤੁਹਾਡੇ ਸਵਾਲਾਂ ਦੇ ਜਵਾਬ ਜਿਹੜੇ ਆ ਉਹ ਵੀ ਦੇਣ ਦੀ ਕੋਸ਼ਿਸ਼ ਕਰਾਂਗੇ। ਸੋ ਸਾਰਿਆਂ ਤੋਂ ਪਹਿਲਾਂ ਤਾਂ ਜਿਹੜੀ ਇੰਪੋਰਟੈਂਟ ਹੈਗੀ ਆ, ਇੱਕ ਕੋਰਟ ਦੀ ਰੂਲਿੰਗ ਹੈਗੀ ਆ ਜਿਹਨੇ ਕਿ ਕਿਹਾ ਕਿ ਜਿਹੜੀ ਰਿਮੇਨ ਇਨ ਮੈਕਸੀਕੋ ਪਾਲਿਸੀ ਸੀਗੀ ਪਹਿਲਾਂ ਉਹ ਪਿਛਲੀ ਸਰਕਾਰ ਨੇ ਕੀਤੀ ਸੀ ਤੇ ਹੁਣ ਇਹ ਸਰਕਾਰ ਨੇ ਵੀ ਕੰਟੀਨਿਊ ਕੀਤੀ ਸੀ ਤੇ ਇਹਨਾਂ ਨੇ ਬੰਦ ਕਰਤੀ ਸੀ ਉਹਨੂੰ ਦੁਬਾਰਾ ਉਹਨੇ ਰੀਇਨਸਟੇਟ ਕੀਤਾ। ਸੋ ਪਿਛਲੇ ਹਫਤੇ ਫੈਡਰਲ ਜੱਜ ਨੇ ਆਰਡਰ ਕੀਤਾ ਕਿ ਜਿਹੜਾ ਬੰਦੇ ਬਾਰਡਰ ਕ੍ਰਾਸ ਕਰਕੇ ਆਉਂਦੇ ਆ ਜੇ ਉਹ ਮੈਕਸੀਕੋ ਦੇ ਵਿੱਚ ਰਹਿ ਕੇ ਹੀ ਆਪਣਾ ਕੇਸ ਲੜਨ ਤਾਂ ਉਹ ਜ਼ਿਆਦਾ ਬੈਟਰ ਆ, ਕਿਉਂਕਿ ਸਰਕਾਰ ਨੇ ਕਰਤਾ ਸੀ ਜਿਹੜੀ ਬਾਈਡਨ ਗੌਰਮੈਂਟ ਆ ਕਿ ਇਹ ਬੰਦੇ ਇੱਥੇ ਆ ਜਾਣ, ਇੱਥੇ ਆਏ ਕੇਸ ਲੜਨ, ਮੈਕਸੀਕੋ 'ਚ ਰਹਿਣ ਦੀ ਲੋੜ ਨਹੀਂ। ਉਹ ਆਰਡਰ ਜਿਹੜਾ ਸੀ ਉਹ ਸਟਾਪ ਕਰਤਾ ਤੇ ਇਹ ਜਿਹੜਾ ਕੇਸ ਸੀਗਾ ਇਹ ਟੈਕਸਸ ਤੇ ਮਜ਼ੂਰੀ ਇਹ ਦੋ ਸਟੇਟਾਂ ਨੇ ਕੀਤਾ ਸੀ ਫੈਡਰਲ ਕੇਸ ਦੇ ਵਿੱਚ ਤੇ ਉਹਨਾਂ ਨੇ ਕਿਹਾ ਸੀ ਕਿ ਇਹਦੇ ਨਾਲ ਸਾਡੀਆਂ ਸਟੇਟਾਂ ਦੇ ਵਿੱਚ ਬਹੁਤ ਜ਼ਿਆਦਾ ਲੋਕ ਆ ਜਾਣਗੇ, ਸਾਡੀਆਂ ਜੇਲ੍ਹਾਂ ਜਿਹੜੀਆਂ ਭਰ ਜਾਣਗੀਆਂ ਤੇ ਇਸ ਕਰਕੇ ਇਹਨਾਂ ਨੂੰ ਉੱਥੇ ਰੱਖਿਆ ਜਾਵੇ। ਤੇ ਉਹਨਾਂ ਨੇ ਜਿਹੜੀ ਕੋਰਟ ਹੈਗੀ ਆ ਉਹਨਾਂ ਨੇ ਕੇਸ ਕੀਤਾ ਤੇ ਕੋਰਟ ਨੇ ਉਹਨਾਂ ਨੂੰ ਸਟੇ ਦੇ ਦਿੱਤੀ ਆ ਤੇ ਇਹ ਵੀ ਕਿਹਾ ਨਾਲੇ ਕਿ ਜਿਹੜੀ ਇਹ ਪਾਲਿਸੀ ਹੈਗੀ ਆ ਕਿ ਮੈਕਸੀਕੋ 'ਚ ਹੀ ਰਹਿ ਕੇ ਕੇਸ ਲੜਨ ਇਹ ਪਾਲਿਸੀ ਠੀਕ ਆ। ਹੁਣ ਇਹ ਪਾਲਿਸੀ ਦੇ ਅੰਡਰ ਜ਼ਿਆਦਾ ਜਿਹੜੇ ਬੰਦੇ ਨੇ ਉਹ ਹੁੰਦੇ ਆ ਜਿਹੜੇ ਸੈਂਟਰਲ ਅਮਰੀਕਨ ਕੰਟਰੀਜ਼ ਤੋਂ ਆਉਂਦੇ ਆ, ਜਿਵੇਂ ਗੁਆਟੇਮਾਲਾ ਤੋਂ, ਹੰਡੋਰਸ ਤੋਂ ਜਾਂ ਐਲ ਸੈਲਵਾਡੋਰ ਤੋਂ, ਤੇ ਉਹਨਾਂ ਨੂੰ ਇਹ ਜ਼ਿਆਦਾ ਮੈਕਸੀਕੋ 'ਚ ਰੱਖਦੇ ਆ। ਉੱਥੇ ਹੀ ਉਹ ਟੈਲੀਵੀਡੀਓ ਦੇ ਰਾਹੀਂ ਆਪਣਾ ਜਿਹੜਾ ਕੇਸ ਹੁੰਦਾ ਉਹ ਫਾਈਟ ਕਰਦੇ ਆ। ਪਰ ਜਿਹੜਾ ਪਿੱਛੇ ਦੇਖਿਆ ਗਿਆ ਵੀ ਜਿੰਨੇ ਕੁ ਬੰਦੇ ਉੱਥੋਂ ਰਹਿ ਕੇ ਆਪਣਾ ਕੇਸ ਲੜਦੇ ਉਹ ਜ਼ਿਆਦਾ ਫੇਲ ਹੀ ਹੁੰਦੇ ਆ, ਬਣਦਾ ਕੁਛ ਨਹੀਂ, ਉੱਥੋਂ ਡਿਪੋਰਟ ਕਰ ਦਿੱਤਾ ਜਾਂਦਾ। ਤਾਂ ਇਹ ਸਰਕਾਰ ਨੇ ਪਾਲਿਸੀ ਚੇਂਜ ਕੀਤੀ ਸੀ, ਪਰ ਹੁਣ ਦੁਬਾਰਾ ਇਹ ਜਿਹੜੀ ਸਰਕਾਰ ਆ ਇਹ ਉਹਨਾਂ ਨੇ ਕੋਰਟ ਨੇ ਕਿਹਾ ਵੀ ਉਹ ਪਾਲਿਸੀ ਠੀਕ ਆ, ਇਹਦੇ ਨਾਲ ਇੱਥੇ ਨਹੀਂ ਇਹਨਾਂ ਸਟੇਟਾਂ ਦੇ ਵਿੱਚ ਕਾਫੀ ਜ਼ਿਆਦਾ ਲੋਕਾਂ ਦਾ ਜਿਹੜਾ ਹੈਗਾ ਉਹ ਰਸ਼ ਪਏਗਾ ਤੇ ਇਹਦੇ ਨਾਲ ਜਿਹੜੇ ਬਾਹਰੋਂ ਲੋਕ ਆਉਂਦੇ ਨੇ ਇਸ ਤਰੀਕੇ ਨਾਲ ਬਾਰਡਰ ਕ੍ਰਾਸ ਕਰਕੇ ਤੇ ਉਹਨਾਂ ਦੀ ਆਮਦ ਵੀ ਵਧੇਗੀ। ਤੇ ਹੁਣ ਦੇਖਦੇ ਹਾਂ ਸਰਕਾਰ ਇੱਥੇ ਕੀ ਅੱਗੇ ਐਕਸ਼ਨ ਲੈਂਦੀ ਆ। ਇਹ ਤੋਂ ਇਲਾਵਾ ਜਿਹੜੀ ਅਗਲੀ ਖਬਰ ਆ ਉਹ ਆਈਸ ਵੱਲੋਂ ਆ, ਇਮੀਗ੍ਰੇਸ਼ਨ ਤੇ ਕਸਟਮ ਇਨਫੋਰਸਮੈਂਟ। ਉਹਨਾਂ ਨੇ ਕਿਹਾ ਵੀ ਜਿਹੜੇ ਲੇਡੀਜ਼ ਨੇ ਜਾਂ ਓਲਡ ਬੰਦੇ ਨੇ ਜਾਂ ਬਿਮਾਰ ਨੇ ਜਾਂ ਜਿਹੜੇ ਡੋਮੈਸਟਿਕ ਅਬਿਊਜ਼ ਦਾ ਜਿਹੜੀਆਂ ਸ਼ਿਕਾਰ ਨੇ ਲੇਡੀਜ਼, ਉਹਨਾਂ ਦੇ ਖਿਲਾਫ ਅਸੀਂ ਕਾਰਵਾਈ ਨਹੀਂ ਕਰਾਂਗੇ, ਉਹਨਾਂ ਨੂੰ ਰਿਪੋਰਟ ਨਹੀਂ ਕਰਾਂਗੇ। ਤੇ ਉਹਨਾਂ ਨੇ ਕਿਹਾ ਵੀ ਅਸੀਂ ਉਹਨਾਂ ਦੀ ਜਿਹੜੀ ਹੈਗੀ ਆ ਪ੍ਰੋਸੀਕਿਊਟੋਰੀਅਲ ਡਿਸਕ੍ਰੈਸ਼ਨ ਰੱਖਾਂਗੇ ਤੇ ਉਹਦੇ ਕਰਕੇ ਉਹਨਾਂ 'ਤੇ ਜ਼ਿਆਦਾ ਸਖਤੀ ਨਹੀਂ ਕੀਤੀ ਜਾਊਗੀ। ਇੱਥੇ ਮੈਂ ਇੱਕ ਗੱਲ ਦੱਸ ਦਿਆਂ ਵੀ ਜਿਹੜੀ ਇਹ ਸਰਕਾਰ ਹੈ ਇਹਦੀ ਜਿਹੜੀ ਡਿਪੋਰਟੇਸ਼ਨ ਦੀ ਨੀਤੀ ਆ ਉਹ ਬੇਸਿਕਲੀ ਇਹ ਹੈਗੀ ਆ ਕਿ ਜਿਹੜੇ ਬੰਦੇ ਨਵੰਬਰ 2020 ਤੋਂ ਪਹਿਲਾਂ ਦੇ ਅਮਰੀਕਾ ਦੇ ਵਿੱਚ ਰਹਿ ਰਹੇ ਨੇ, ਉਹਨਾਂ ਨੇ ਕੋਈ ਕ੍ਰਾਈਮ ਨਹੀਂ ਕੀਤਾ ਤੇ ਨਾਲੇ ਉਹਨਾਂ ਦਾ ਕੋਈ ਜਿਹੜੇ ਅਮਰੀਕਾ ਦੇ ਨੈਸ਼ਨਲ ਇੰਟਰਸਟ ਨੇ ਉਹਨਾਂ ਨੂੰ ਕੋਈ ਥ੍ਰੈਟ ਜਾਂ ਨੁਕਸਾਨ ਨਹੀਂ ਆ, ਉਹਨਾਂ ਬੰਦਿਆਂ ਨੂੰ ਡਿਪੋਰਟ ਹੁਣ ਨਹੀਂ ਕੀਤਾ ਜਾਂਦਾ। ਕਿਉਂਕਿ ਜਿਹੜੀ ਪਾਲਿਸੀ ਡਿਪੋਰਟੇਸ਼ਨ ਦੀ ਆ ਉਹ ਜ਼ਿਆਦਾ ਕੇਂਦਰਿਤ ਇੱਕ ਜਿਹੜੇ ਬੰਦੇ ਨਵੇਂ ਆਏ ਆ ਉਹਨਾਂ 'ਤੇ ਆ ਜਾਂ ਜਿਨ੍ਹਾਂ ਨੇ ਕ੍ਰਾਈਮ ਵਗੈਰਾ ਕੀਤੇ ਆ। ਤੇ ਹੁਣ ਇਹਨਾਂ ਨੇ ਇੱਕ ਹੋਰ ਮੈਮੋ ਜਾਰੀ ਕੀਤਾ ਅਗਸਤ 11 ਨੂੰ ਤੇ ਉਹਨਾਂ ਨੇ ਇਹ ਕਿਹਾ ਕਿ ਜਿਹੜੇ ਵਲਨਰੇਬਲ ਬੰਦੇ ਨੇ ਜਿਵੇਂ ਕਿ ਓਲਡ ਏਜ ਵਾਲੇ ਆ ਜਾਂ ਕਿਸੇ ਨੂੰ ਕੋਈ ਬਿਮਾਰੀ ਹੈ ਜਾਂ ਕੋਈ ਡੋਮੈਸਟਿਕ ਅਬਿਊਜ਼ ਜਾਂ ਟਰੈਫਿਕਿੰਗ ਦਾ ਸ਼ਿਕਾਰ ਨੇ, ਉਹਨਾਂ ਬੰਦਿਆਂ ਦੇ ਖਿਲਾਫ ਜਿਹੜੀ ਹੈਗੀ ਆ ਉਹ ਕਾਰਵਾਈ ਹੁਣ ਆਈਸ ਨਹੀਂ ਕਰੇਗੀ ਵੀ ਇੱਥੋਂ ਉਹਨਾਂ ਨੂੰ ਫੜਿਆ ਨਹੀਂ ਜਾਊਗਾ, ਡਿਪੋਰਟ ਨਹੀਂ ਕੀਤਾ ਜਾਊਗਾ ਅਨਲੈਸ ਕਿ ਉਹਨਾਂ ਨੇ ਕੋਈ ਜਿਹੜਾ ਉਹ ਕ੍ਰਾਈਮ ਕੀਤਾ। ਇਸ ਤੋਂ ਇਲਾਵਾ ਜਿਹੜੀ ਤੀਜੀ ਇੰਪੋਰਟੈਂਟ ਖਬਰ ਹੈਗੀ ਆ ਉਹ ਇਹ ਹੈਗੀ ਆ ਕਿ ਸਰਕਾਰ ਨੇ ਇਹ ਕਿਹਾ ਕਿ ਜਿਹੜੇ ਅਸਾਈਲਮ ਦਾ ਜਿਹੜਾ ਪ੍ਰੋਸੈਸ ਹੈ ਉਹਦੇ ਵਿੱਚ ਓਵਰਹਾਲ ਕਰਨ ਵਾਸਤੇ ਇਹਨਾਂ ਨੇ ਹੁਣ ਪ੍ਰੋਸੈਸ ਸ਼ੁਰੂ ਕਰਤਾ ਤੇ ਜਿਹੜਾ ਫੈਡਰਲ ਰਜਿਸਟਰ ਆ ਉਹਦੇ ਵਿੱਚ ਇੱਕ ਨਵੀਆਂ ਜਿਹੜੇ ਰੂਲ ਨੇ, ਜਿਹੜੀਆਂ ਚੇਂਜਸ ਨੇ ਉਹ ਕੀਤੀਆਂ ਨੇ। ਤੇ ਇਹਦੇ ਵਿੱਚ ਬੜੀ ਇੰਪੋਰਟੈਂਟ ਇਹ ਜਿਹੜੀ ਹੈਗੀ ਡਿਵੈਲਪਮੈਂਟ ਆ ਤੇ ਇਹਦੇ ਵਿੱਚ ਸਰਕਾਰ ਨੇ ਕਿਹਾ ਕਿ ਜਿਹੜੇ ਬੰਦੇ ਇੱਥੇ ਬਾਰਡਰ ਕ੍ਰਾਸ ਕਰਕੇ ਆਉਂਦੇ ਨੇ ਉਹਨਾਂ ਦੇ ਕੇਸ ਇਮੀਗ੍ਰੇਸ਼ਨ ਜੱਜਾਂ ਕੋਲ ਜਾਂਦੇ ਆ, ਜੱਜ ਥੋੜ੍ਹੇ ਆ, ਉਹਦੇ ਨਾਲ ਟਾਈਮ ਜ਼ਿਆਦਾ ਲੱਗਦਾ ਤੇ ਉਹਨਾਂ ਦੇ ਕੇਸਾਂ ਦਾ ਫੈਸਲਾ ਪਹਿਲਾਂ ਅਸਾਈਲਮ ਅਫਸਰ ਕਰਨਗੇ। ਸੋ ਜੇ ਅਸਾਈਲਮ ਅਫਸਰ ਡਿਨਾਈ ਕਰ ਦੇਗਾ ਉਸ ਤੋਂ ਬਾਅਦ ਉਹ ਇਮੀਗ੍ਰੇਸ਼ਨ ਜੱਜ ਕੋਲ ਜਾਏਗਾ। ਤੇ ਜਿਵੇਂ ਹੁਣ ਇੱਥੇ ਕੋਈ ਬੰਦਾ ਆਉਂਦਾ ਜਿਹੜਾ ਬਾਰਡਰ ਕ੍ਰਾਸ ਕਰਕੇ ਨਹੀਂ ਆਉਂਦਾ, ਵਿਜ਼ਟਰ ਵੀਜ਼ਾ ਲੈ ਕੇ ਆਉਂਦਾ ਜਾਂ ਕਿ ਸਿੱਧੇ ਆ ਜਾਂਦੇ ਜਿਹੜੇ ਫੜੇ ਨਹੀਂ ਜਾਂਦੇ, ਉਹ ਇੱਥੇ ਅਸਾਈਲਮ ਲਾਉਂਦੇ, ਉਹਨਾਂ ਦੀ ਪਹਿਲੀ ਇੰਟਰਵਿਊ ਅਸਾਈਲਮ ਆਫਿਸ 'ਚ ਹੁੰਦੀ ਆ। ਜੇ ਉੱਥੇ ਕੇਸ ਪਾਸ ਹੋ ਗਿਆ ਤਾਂ ਫਿਰ ਉਹ 1 ਸਾਲ ਬਾਅਦ ਗ੍ਰੀਨ ਕਾਰਡ ਕਰ ਸਕਦੇ ਆ ਅਪਲਾਈ, ਜੇ ਨਾ ਪਾਸ ਹੋਇਆ ਤਾਂ ਫਿਰ ਉਹ
ਉਹਨਾਂ ਦਾ ਕੇਸ ਜਿਹੜਾ ਅੱਗੇ ਉਹ ਇਮੀਗ੍ਰੇਸ਼ਨ ਕੋਰਟ 'ਚ ਜਾਂਦਾ ਤੇ ਸੋ ਫੋਰਸ ਜੇ ਉੱਥੇ ਪਾਸ ਹੋ ਜਾਵੇ ਤਾਂ ਠੀਕ ਆ, ਨਾ ਹੋਵੇ ਤਾਂ ਅਪੀਲ ਹੋ ਜਾਂਦੀ BIA ਜਾਂ ਸਰਕਟ 'ਚ। ਇਹੀ ਜਿਹੜਾ ਪ੍ਰੋਸੀਜਰ ਆ ਇਹ ਸਰਕਾਰ ਹੁਣ ਇੰਪਲੀਮੈਂਟ ਕਰਨ ਲੱਗੀ ਆ ਜਿਹੜੇ ਬਾਰਡਰ ਕ੍ਰਾਸ ਕਰਕੇ ਆਉਂਦੇ ਆ ਬੰਦੇ ਉਹਨਾਂ ਲਈ। ਉਹ ਇਹ ਕਹਿੰਦੇ ਵੀ ਜਦੋਂ ਆਉਂਦੇ ਆ ਤਾਂ ਉਹਨਾਂ ਦੇ ਕੇਸ ਸਿੱਧਾ ਹੀ ਇਮੀਗ੍ਰੇਸ਼ਨ ਜੱਜਾਂ ਕੋਲ ਭੇਜਣ ਦੀ ਬਜਾਏ ਅਸੀਂ ਇਹ ਚਾਹੁੰਦੇ ਆ ਕਿ ਉਹਨਾਂ ਦੇ ਕੇਸ ਪਹਿਲਾਂ ਅਸਾਈਲਮ ਅਫਸਰਾਂ ਕੋਲ ਜਾਣ ਤੇ ਜਿਹੜੇ ਅਸਾਈਲਮ ਅਫਸਰ ਨੇ ਜਿਹਨਾਂ ਨੂੰ ਅਸਾਈਲਮ ਦੇ ਦਿੰਦੇ ਆ ਤਾਂ ਗਾਂ ਕੋਰਟ ਜਾਣ ਦੀ ਲੋੜ ਨਹੀਂ। ਜੇ ਨਹੀਂ ਦੇਣਗੇ ਤਾਂ ਫਿਰ ਉਹ ਕੋਰਟ ਦੇ ਵਿੱਚ ਜਾ ਸਕਦੇ ਆ, ਕਿਉਂਕਿ ਇਹ ਜਿਹੜਾ ਮਤਲਬ ਪ੍ਰੋਸੀਜਰ ਆ ਉਹ ਇੰਪਲੀਮੈਂਟ ਕਰਨ ਜਾ ਰਹੇ ਆ। ਤੇ ਇਹਦੇ ਬਾਰੇ ਇਹਨਾਂ ਨੇ ਹੁਣ 60 ਡੇਜ਼ ਦਾ ਜਿਹੜਾ ਹੈਗਾ ਉਹ ਰੂਲ, ਕਿਉਂਕਿ ਇੱਥੇ ਅਮਰੀਕਾ 'ਚ ਲਾ ਆ ਕਿ ਜੇ ਤੁਸੀਂ ਕੋਈ ਵੀ ਚੇਂਜ ਕਰਨੀ ਆ ਤਾਂ ਤੁਹਾਨੂੰ ਜਿਹੜਾ ਫੈਡਰਲ ਰਜਿਸਟਰ ਆ ਉਹਦੇ ਵਿੱਚ ਉਹ ਪਬਲਿਸ਼ ਕਰਨਾ ਪੈਂਦਾ ਤੇ ਤੁਹਾਨੂੰ ਲੋਕਾਂ ਨੂੰ ਟਾਈਮ ਦੇਣਾ ਪੈਂਦਾ ਆਪਣੇ ਕਮੈਂਟ ਦੇਣ ਦੇ। ਤਾਂ 60 ਦਿਨ ਦਾ ਟਾਈਮ ਹੋਏਗਾ, ਲੋਕ ਉਹ 'ਚ ਕਮੈਂਟ ਕਰਨਗੇ। ਸੋ ਜ਼ਿਆਦਾ ਤਾਂ ਜਿਹੜੇ ਇਮੀਗ੍ਰੇਸ਼ਨ ਦੇ ਐਡਵੋਕੇਸੀ ਗਰੁੱਪ ਹੁੰਦੇ ਨੇ ਜਾਂ ਵਕੀਲ ਹੁੰਦੇ ਨੇ ਜਾਂ ਜਿਹੜੇ ਨਾਲ ਸੰਬੰਧਿਤ ਨੇ ਉਹੀ ਜ਼ਿਆਦਾ ਰਿਪਲਾਈ ਕਰਦੇ ਆ ਤੇ ਉਹ ਦੇਖ ਕੇ ਉਹਨਾਂ ਦੇ ਫਿਰ ਓਪੀਨੀਅਨ ਲਏ ਜਾਂਦੇ ਨੇ। ਜੇ ਕੋਈ ਚੰਗਾ ਸੁਝਾਅ ਹੋਵੇ ਤਾਂ ਉਹਨੂੰ ਇੰਪਲੀਮੈਂਟ ਵੀ ਕੀਤਾ ਜਾਂਦਾ। ਲੇਕਿਨ ਸਰਕਾਰ ਨੇ ਜਿਹੜਾ ਪ੍ਰੋਸੈਸ ਆ ਉਹ ਮਤਲਬ ਸ਼ੁਰੂ ਕਰ ਦਿੱਤਾ। ਉਹਦਾ ਮਤਲਬ ਇਹ ਹੈਗਾ ਕਿ ਇਹਨਾਂ ਦੇ ਕੇਸਾਂ ਦੀ ਜਿਹੜੀਆਂ ਡੇਟਾਂ ਨੇ ਜਾਂ ਕਾਰਵਾਈ ਉਹ ਛੇਤੀ ਹੋਵੇ। ਤਾਂ ਜਿਹੜੇ ਇਮੀਗ੍ਰੇਸ਼ਨ ਅਫਸਰ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਇੰਟਰਵਿਊ ਕਰੋ ਤੇ ਇਮੀਗ੍ਰੇਸ਼ਨ ਅਫਸਰ ਜਿਹੜੇ ਆ ਉਹਨਾਂ ਦੀ ਗਿਣਤੀ ਜ਼ਿਆਦਾ ਹੈਗੀ ਜੱਜਾਂ ਨਾਲੋਂ ਤੇ ਸਰਕਾਰ ਹਾਇਰ ਵੀ ਜ਼ਿਆਦਾ ਕਰੇਗੀ ਲੋਕ ਤੇ ਉਹਦੇ ਨਾਲ ਫਿਰ ਇਹਨਾਂ ਦਾ ਪ੍ਰੋਸੈਸ ਜਿਹੜਾ ਹੈਗਾ ਉਹ ਫਾਸਟ ਹੋ ਜਾਏਗਾ। ਪਰ ਇਹ ਪਾਲਿਸੀ ਜਿਹੜੇ ਮਾਈਨਰ ਆਉਂਦੇ ਨੇ ਜਿਹੜੇ 18 ਸਾਲ ਤੋਂ ਘੱਟ ਆ ਉਹਨਾਂ ਦੇ ਲਾਗੂ ਨਹੀਂ ਹੋਏਗੀ। ਉਹਨਾਂ ਦਾ ਰੂਲ ਜਿਹੜਾ ਹੈਗਾ ਡਿਫਰੈਂਟ ਆ। ਉਹਨਾਂ ਨੂੰ ਜ਼ਿਆਦਾ ਸਵਾਲ ਜਵਾਬ ਉੱਥੇ ਪੁੱਛੇ ਨਹੀਂ ਜਾਂਦੇ, ਉਹਨਾਂ ਨੂੰ ਉੱਦਾਂ ਰਿਲੀਜ਼ ਕਰ ਦਿੰਦੇ ਆ ਤੇ ਬਾਅਦ ਦੇ ਵਿੱਚ ਉਹਨਾਂ ਦਾ ਕੇਸ ਲੱਗਦਾ। ਪਰ ਜਿਹੜੇ 18 ਸਾਲ ਤੋਂ ਉੱਪਰ ਉਮਰ ਵਾਲੇ ਆ ਉਹਨਾਂ ਦੀ ਜਿਹੜੀ ਹੈਗੀਆਂ ਉੱਥੇ ਇੰਟਰਵਿਊ ਹੁੰਦੀ ਹੈ ਕ੍ਰੈਡੀਬਲ ਵਗੈਰਾ ਤੇ ਉਹ ਫਿਰ ਉਸ ਤੋਂ ਬਾਅਦ ਉਹਨਾਂ ਦਾ ਕੇਸ ਜਿਹੜਾ ਜੇ ਉਹ ਪਾਸ ਹੋ ਜਾਣ ਤਾਂ ਇਮੀਗ੍ਰੇਸ਼ਨ ਜੱਜ ਕੋਲ ਜਾਂਦਾ। ਹੁਣ ਇਹ ਚਾਹੁੰਦੇ ਆ ਕਿ ਉਹਨਾਂ ਦਾ ਕੇਸ ਸਿੱਧਾ ਹੀ ਅਸਾਈਲਮ ਅਫਸਰ ਕੋਲ ਜਾਵੇ। ਜੇ ਅਸਾਈਲਮ ਅਫਸਰ ਪਾਸ ਕਰ ਦੇਵੇ ਤਾਂ ਫਿਰ ਜੱਜ ਕੋਲ ਜਾਣ ਦੀ ਲੋੜ ਨਹੀਂ, ਜੇ ਉਹ ਨਾ ਪਾਸ ਕਰੇ ਤਾਂ ਫਿਰ ਜੱਜ ਕੋਲ ਜਾਵੇ। ਇਹ ਪ੍ਰੋਸੀਜਰ ਜਿਹੜਾ ਕਰ ਰਹੇ ਆ ਇਹਦੇ ਨਾਲ ਥੋੜ੍ਹਾ ਜਿਹਾ ਫਾਸਟ ਪ੍ਰੋਸੈਸ ਹੋਏਗਾ ਤੇ ਨਾਲੇ ਇੱਕ ਮੌਕਾ ਉਹਨਾਂ ਨੂੰ ਹੋਰ ਮਿਲ ਜਾਏਗਾ ਆਪਣਾ ਕੇਸ ਪ੍ਰੈਜ਼ੈਂਟ ਕਰਨ ਦਾ। ਜੇ ਕੋਈ ਗਲਤੀ ਜਾਂ ਕੋਈ ਉਹ 'ਚ ਕੋਈ ਪ੍ਰੋਬਲਮ ਹੋਈ, ਕਿਉਂਕਿ ਕਈ ਵਾਰੀ ਕਈਆਂ ਨੂੰ ਕਈ ਗੱਲਾਂ ਦਾ ਪਤਾ ਨਹੀਂ ਹੁੰਦਾ, ਸਮਝ ਨਹੀਂ ਹੁੰਦੀ ਕੀ ਡਾਕੂਮੈਂਟ ਚਾਹੀਦੇ ਆ ਜਾਂ ਕੀ ਹੈ, ਉਹ ਫਿਰ ਉਹਨਾਂ ਨੂੰ ਉਹ ਇੰਟਰਵਿਊ ਤੋਂ ਬਾਅਦ ਕਾਫੀ ਕੁਛ ਮਤਲਬ ਕਲੀਅਰ ਹੋ ਜਾਂਦਾ। ਜੇ ਕੇਸ ਨਾ ਪਾਸ ਹੋਵੇ ਤਾਂ ਫਿਰ ਇਮੀਗ੍ਰੇਸ਼ਨ ਜੱਜ ਕੋਲ ਆਪਣਾ ਕੇਸ ਜਿਹੜਾ ਹੈਗਾ ਉਹ ਬੈਟਰ ਤਰੀਕੇ ਨਾਲ ਜਿਹੜਾ ਪ੍ਰੈਜ਼ੈਂਟ ਕਰ ਸਕਦੇ ਆ। ਇਹਦੇ ਨਾਲ ਜਿਹੜੀ ਅੱਜ ਆਪਾਂ ਗੱਲ ਕਰਨੀ ਆ PD ਬਾਰੇ। ਜਿਹੜੇ ਇਮੀਗ੍ਰੇਸ਼ਨ ਜੱਜਸ ਨੇ ਹੁਣ ਕੋਰਟਾਂ ਦੇ ਵਿੱਚ ਜਿੱਥੇ ਕਿ ਜਿਹੜੀਆਂ ਮਾਸਟਰ ਹੀਅਰਿੰਗਾਂ ਹੁੰਦੀਆਂ ਜਾਂ ਇੰਡੀਵਿਜੂਅਲ ਹੁੰਦੀਆਂ ਜਿਨ੍ਹਾਂ ਦੇ ਕੇਸ ਇਮੀਗ੍ਰੇਸ਼ਨ ਕੋਰਟਾਂ ਚੱਲਦੇ ਨੇ ਉਹਨਾਂ ਨੂੰ ਹੁਣ ਜਿਹੜੀ PD ਦੀ ਜਿਹੜੀ ਰਿਲੀਫ ਹੈ ਉਹ ਮਿਲਣੀ ਸ਼ੁਰੂ ਹੋਈ ਆ ਤੇ ਤਕਰੀਬਨ ਹਰੇਕ ਕੇਸ ਦੇ ਵਿੱਚ ਹੀ ਜਿਹੜੇ ਸਰਕਾਰੀ ਵਕੀਲ ਹੁੰਦੇ ਨੇ, ਜੱਜ ਹੁੰਦੇ, ਉਹ ਪੁੱਛਦੇ ਆ ਕਿ ਤੁਸੀਂ PD ਲੈਣੀ ਹੈ, ਕਿਉਂਕਿ ਜਿਹੜੇ ਬੰਦੇ ਦਾ ਕੋਈ ਕ੍ਰਿਮੀਨਲ ਰੈਕਡ ਨਾ ਹੋਵੇ ਉਹ PD ਲਈ ਐਲੀਜੀਬਲ ਹੈ। PD ਬੇਸਿਕਲੀ ਜਿਹੜੀ ਹੈਗੀ ਆ ਉਹ ਪ੍ਰੋਸੀਕਿਊਟੋਰੀਅਲ ਡਿਸਕ੍ਰੈਸ਼ਨ ਆ ਜਿਹਦੇ ਅੰਡਰ ਕੇ ਕੇਸ ਨੂੰ ਐਡਮਿਨ ਕਲੋਜ਼ ਕਰ ਦਿੱਤਾ ਜਾਂਦਾ ਤੇ ਜੇ ਬੰਦੇ ਨੂੰ ਵਰਕ ਪਰਮਿਟ ਮਿਲਦਾ ਤਾਂ ਉਹ ਆਮ ਤੌਰ ਤੇ ਮਿਲਦਾ ਰਹਿੰਦਾ ਅੱਗੇ ਤੇ ਲੇਕਿਨ ਉਹਦੇ 'ਚ ਤੁਸੀਂ ਕੰਟਰੀ ਆਊਟ ਨਹੀਂ ਕਰ ਸਕਦੇ ਤੇ ਇੱਕ ਜਿਹੜਾ ਕੇਸ ਆ ਉਹਦੇ 'ਚ ਅਸਾਈਲਮ ਜਾਂ ਵਿਥਹੋਲਡਿੰਗ ਗ੍ਰਾਂਟ ਨਹੀਂ ਹੁੰਦੀ, ਉਹ ਪੈਂਡਿੰਗ ਰਹਿੰਦਾ ਤੇ ਇਹਨੂੰ ਜਦੋਂ ਮਰਜ਼ੀ ਤੁਸੀਂ ਰੀਓਪਨ ਕਰਾ ਸਕਦੇ ਹੋ। ਤੇ ਕਈ ਜਿਹੜੇ ਹੁੰਦੇ ਨੇ ਬੰਦੇ ਉਹਨਾਂ ਦੇ ਇਸ਼ੂਜ਼ ਇਦਾਂ ਦੇ ਹੁੰਦੇ ਨੇ ਕੇਸ ਦੇ ਵਿੱਚ ਵੀ ਉਹਨਾਂ ਨੂੰ ਲੱਗਦਾ ਹੁੰਦਾ ਵੀ ਸਾਡਾ ਕੇਸ ਸ਼ਾਇਦ ਨਾ ਪਾਸ ਹੋਵੇ ਤੇ ਉਹਨਾਂ ਵਾਸਤੇ ਇਹ ਜਿਹੜੀ ਹੈਗੀ ਬੈਨੀਫੀਸ਼ੀਅਲ ਆ ਤੇ ਇਹ ਰਿਲੀਫ ਕਾਫੀ ਜ਼ਿਆਦਾ ਹੁਣ ਆਫਰ ਕਰਨੀ ਸ਼ੁਰੂ ਕੀਤੀ ਹੋਈ ਹੈ ਇਹਨਾਂ ਨੇ। ਸਿਰਫ ਉਹਨਾਂ ਬੰਦਿਆਂ ਨੂੰ ਆਫਰ ਨਹੀਂ ਕਰਦੇ ਜਿਨ੍ਹਾਂ ਦਾ ਕ੍ਰਿਮੀਨਲ ਰੈਕਡ ਆ, ਜਿਹਦਾ ਕੋਈ ਕ੍ਰਿਮੀਨਲ ਰੈਕਡ ਨਹੀਂ, ਉਹਨੂੰ ਇਹ ਜਿਹੜੀ PD ਦੀ ਰਿਲੀਫ ਹੈਗੀ ਆ ਉਹ ਆਫਰ ਕਰ ਰਹੇ ਨੇ। ਹੁਣ ਜਿੱਥੋਂ ਤੱਕ ਕਿ ਮਾਸਟਰ ਡੇਟਾ ਦਾ ਹੈਗਾ ਸੰਬੰਧ, ਤਕਰੀਬਨ ਸਾਰੀਆਂ ਕੋਰਟਾਂ 'ਚ ਹੀ ਜਿਹੜੀਆਂ ਹੈਗੀਆਂ ਮਾਸਟਰ ਡੇਟਾ ਬਹੁਤ ਘੱਟ ਹੋ ਰਹੀਆਂ ਨੇ। ਜੇ ਹੋ ਰਹੀਆਂ ਤਾਂ ਟੈਲੀਫੋਨਿਕ ਹੋ ਰਹੀਆਂ ਤੇ ਨਹੀਂ ਜਿਹੜੀਆਂ ਰਿਟਨ ਪਲੀਡਿੰਗਸ ਨੇ ਉਹ ਮੰਗ ਰਹੇ ਨੇ ਜੱਜ ਤੇ ਰਿਟਨ ਪਲੀਡਿੰਗ ਤੋਂ ਬਾਅਦ ਅੱਗੇ ਫਿਰ ਜਿਹੜਾ ਇੰਡੀਵਿਜੂਅਲ ਡੇਟ ਲਈ ਸਿੱਧਾ ਹੀ ਸੈੱਟ ਕਰ ਦਿੱਤਾ ਜਾਂਦਾ ਕੇਸ। ਜਿਹੜੀ ਇੰਡੀਵਿਜੂਅਲ ਡੇਟ ਆ ਉਹ ਹੁੰਦੀ ਆ ਉਹਦੇ 'ਚ ਜਿਹੜੇ ਹੈਗੇ ਆ ਉਹ ਕਈ ਥਾਵਾਂ ਤੇ ਤਾਂ ਵਕੀਲ ਨੂੰ ਜਾਣਾ ਪੈਂਦਾ, ਪਰ ਕਈ ਜਗ੍ਹਾ ਦੇ ਉੱਤੇ ਉਹ ਜਿਹੜੀ ਹੈ ਉਹ ਵੈਬਐਕਸ ਰਾਹੀਂ ਕਰਦੇ ਆ ਤੇ ਉਹ ਫਿਰ ਵਕੀਲ ਆਪਣੇ ਆਫਿਸ ਤੋਂ ਹੀ ਕਰ ਸਕਦਾ ਤੇ ਉਹ ਥਰੂ ਵੀਡੀਓ ਹੁੰਦੀ ਆ। ਤੇ ਇਹ ਸਾਰੀਆਂ ਜਿਹੜੀਆਂ ਹੈਗੀਆਂ ਚੇਂਜਸ ਉਹ ਜਿਵੇਂ ਹੁਣ ਦੇ ਹਾਲਾਤ ਨੇ ਉਹਦੇ ਜਿਹੜੇ ਮੱਦੇ ਨਜ਼ਰ ਨੇ। ਤੇ ਇਹਦੇ ਨਾਲ ਜਿਹੜੀ ਹੋਰ ਇੰਪੋਰਟੈਂਟ ਖਬਰ ਆ ਉਹ ਇਹ ਹੈਗੀ ਵੀ ਕੇਸ ਅਸਾਈਲਮ ਦੇ ਗ੍ਰਾਂਟ ਹੋ ਰਹੇ ਆ। ਸਾਡੇ ਆ 2 ਡੇਟਾਂ ਸੀਗੀਆਂ ਪਿਛਲੇ ਹਫਤੇ, ਦੋਨੇ ਪਾਸ ਹੋਏ ਆ। ਸੋ ਜਿਹੜਾ ਗ੍ਰਾਂਟ ਰੇਟ ਆ ਖਾਸ ਕਰਕੇ ਸੈਨ ਫਰਾਂਸਿਸਕੋ ਤੇ ਨਿਊਯਾਰਕ ਕਾਫੀ ਆ। ਉੱਥੇ ਕੇਸ ਜਿਹੜੇ ਹੈਗੇ ਆ ਜੇ ਕੇਸ ਚੰਗਾ ਹੋਵੇ, ਡਾਕੂਮੈਂਟਸ ਪੂਰੇ ਹੋਣ, ਤਿਆਰੀ ਹੋਵੇ ਤੇ ਕਲੇਮ ਜਿਹੜਾ ਹੈਗਾ ਸੱਚਾ ਹੋਵੇ, ਉਹ ਤਕਰੀਬਨ ਪਾਸ ਹੋ ਜਾਂਦਾ। ਤੇ ਇਹ ਤਾਂ ਸੀਗੀਆਂ ਹੁਣ ਦੀਆਂ ਜਿਹੜੀਆਂ ਹੈਗੀਆਂ ਡਿਵੈਲਪਮੈਂਟਸ। ਤੇ ਹੁਣ ਸਮਾਂ ਹੋ ਗਿਆ ਤੁਹਾਡੇ ਜਿਹੜੇ ਸਵਾਲਾਂ ਦੇ ਜਵਾਬ ਦੇਣ ਦਾ।
ਤੇ ਉਹ ਆਪਾਂ ਸ਼ੁਰੂ ਕਰਦੇ ਹਾਂ ਜੀ। ਤੇ ਸਾਰਿਆਂ ਤੋਂ ਪਹਿਲਾਂ ਤਾਂ ਜਿਹੜਾ ਸਵਾਲ ਹੈ ਉਹ ਇਹ ਹੈਗਾ ਕਿ ਉਹਨਾਂ ਨੇ ਕਿਹਾ ਕਿ ਮੇਰਾ US ਸਿਟੀਜ਼ਨ ਦੇ ਨਾਲ ਵਿਆਹ ਹੋਇਆ ਸੀ, ਸਿਟੀਜ਼ਨ ਕੁੜੀ ਨਾਲ ਜਨਵਰੀ 2020 'ਚ, ਤੇ ਮੈਂ ਅਪ੍ਰੈਲ 20 'ਚ ਅਪਲਾਈ ਕੀਤਾ ਤੇ ਮੈਨੂੰ NVC ਤੋਂ ਅਪਰੂਵਲ ਵਗੈਰਾ ਸਾਰੀ ਆ ਗਈ ਸੀ 5 ਜੂਨ ਨੂੰ, ਤੇ ਇੰਟਰਵਿਊ ਕਦ ਤੱਕ ਆਉਣੀ ਆ। ਤੇ ਉਹ ਕਹਿੰਦੇ ਆ ਕਿ ਇੰਟਰਵਿਊ ਮੈਂ ਕਿਸੇ ਹੋਰ ਮੁਲਕ ਦੇ ਵਿੱਚ ਵੀ ਰਿਹਾ ਤੇ ਉਹਦਾ ਕੋਈ ਇਫੈਕਟ ਤਾਂ ਨਹੀਂ ਹੋਏਗਾ। ਦੇਖੋ ਇਸ ਤਰ੍ਹਾਂ ਜੀ ਕਿ ਅੱਜ ਕੱਲ੍ਹ ਡਿਲੇ ਹੈਗੀ ਇੰਟਰਵਿਊ ਲਈ, ਕਾਫੀ ਬੈਕਲੌਗ ਆ, ਤੇ ਜਿਹੜੀਆਂ ਇੰਟਰਵਿਊਆਂ ਅੱਗੇ ਥੋੜ੍ਹੀ ਤੇਜ਼ੀ ਫੜੀ ਸੀਗੀ ਇੰਡੀਆ ਐਮਬੈਸੀ ਦੇ ਵਿੱਚ, ਉਹ ਹੁਣ ਫੇਰ ਸਲੋ ਹੋ ਗਿਆ ਕੰਮ, ਇੰਟਰਵਿਊਆਂ 'ਚ ਨਹੀਂ ਦੇ ਰਹੇ। ਸੋ ਟਾਈਮ ਲੱਗੇਗਾ ਇਹਨੂੰ, ਸੋ ਇਸ ਕਰਕੇ ਤੁਸੀਂ ਵੇਟ ਕਰੋ। ਹੋ ਸਕਦਾ 3 ਮਹੀਨੇ ਲੱਗਣ, ਹੋ ਸਕਦਾ 6 ਲੱਗ ਜਾਣ ਹੋਰ, ਸੋ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ, ਪਰ ਡਿਲੇ ਜ਼ਰੂਰ ਹੈਗੀ ਅੱਗੇ ਨਾਲੋਂ। ਅਗਲਾ ਸਵਾਲ ਹੈ ਜੀ ਕਿ ਉਹ ਕਹਿ ਰਹੇ ਆ ਕਿ F3 ਕੈਟਾਗਰੀ ਦੇ ਵਿੱਚ ਮੇਰਾ ਕੇਸ ਆ, ਤੇ F3 ਕੈਟਾਗਰੀ ਦੇ ਵਿੱਚ ਉਹ ਕਹਿ ਰਹੇ ਆ ਕਿ ਮੈਂ ਮਤਲਬ ਅਪਲਾਈ ਕੀਤਾ ਸੀਗਾ, ਤੇ ਅਪਰਾਊਟ ਉਹਨਾਂ ਦੀ ਜਿਹੜੀ ਅਪਰੂਵਲ ਡੇਟ ਹੈਗੀ ਆ ਉਹ ਹੈਗੀ ਆ 11 ਨਵੰਬਰ 2015, ਤੇ ਜਦੋਂ ਅਪਲਾਈ ਕੀਤਾ ਸੀ 2011 'ਚ ਕੀਤਾ ਸੀ। ਤੇ ਲੇਕਿਨ F3 ਕੈਟਾਗਰੀ ਦੀ ਪ੍ਰੋਬਲਮ ਇਹ ਆ ਕਿ ਉੱਥੇ ਅਜੇ 2000 ਜਿਹੜਾ ਹੈਗਾ ਉਹ 11 ਤੱਕ ਉਹ ਪਹੁੰਚੇ ਨਹੀਂ, ਅਜੇ 2008 ਚੱਲ ਰਿਹਾ, ਤੇ ਜਦੋਂ ਤੱਕ 11 ਤੱਕ ਪਹੁੰਚਣਗੇ ਇਹਨੂੰ 2-3 ਸਾਲ ਹੋਰ ਲੱਗਣਗੇ। ਤੇ ਜੇ ਤੁਹਾਡਾ ਕੇਸ 11 'ਚ ਅਪਲਾਈ ਹੋਇਆ ਤਾਂ ਅਪਰੂਵ 15 'ਚ ਹੋਇਆ, 4 ਸਾਲ ਦਾ ਟਾਈਮ ਹੈਗਾ। ਤੇ ਤੁਹਾਡੀ ਉਮਰ ਜੇ 22 ਹੈਗੀ ਆ ਤੇ ਉਦੋਂ ਤੱਕ ਜੇ 25-26 ਹੋ ਗਈ ਤਾਂ ਉਹ ਟਾਈਮ ਵਿੱਚੋਂ ਕੱਢਣਾ ਪੈਣਾ 4 ਸਾਲ ਦਾ। ਸੋ ਉਹ ਜੇ 4 ਸਾਲ ਕੱਢ ਕੇ ਤੁਹਾਡੀ ਉਮਰ 21 ਸਾਲ ਤੋਂ ਘੱਟ ਰਹੂਗੀ ਤਾਂ ਤੁਸੀਂ ਕਵਰ ਹੋਵੋਗੇ, ਜੇ 21 ਤੋਂ ਵੱਧ ਆ ਫਿਰ ਨਹੀਂ ਕਵਰ ਹੋ ਸਕਦੇ। ਇਹਦਾ ਪਤਾ ਐਕਚੁਅਲੀ ਉਦੋਂ ਲੱਗਣਾ ਜਦੋਂ ਤੁਹਾਡੀ ਡੇਟ ਜਿਹੜੀ ਆ ਉਹ ਕਰੰਟ ਹੋ ਗਈ, ਪ੍ਰਾਇਓਰਟੀ ਡੇਟ। ਤੇ ਕਿਉਂਕਿ ਇਹਦਾ ਜਿਹੜੀ ਹੁੰਦੀ ਕੈਲਕੂਲੇਸ਼ਨ ਚਾਈਲਡ ਸਟੇਟਸ ਪ੍ਰੋਟੈਕਸ਼ਨ ਐਕਟ ਦੀ, ਇਹ ਮੈਂ ਅੱਗੇ ਵੀ ਕਾਫੀ ਦੱਸਿਆ ਵੀਡੀਓਜ਼ ਦੇ ਵਿੱਚ, ਇਹ ਜੇ ਦੇਖਿਆ ਜਾਂਦਾ ਵੀ ਕੇਸ ਅਪਲਾਈ ਕਦੋਂ ਹੋਇਆ, ਉਹਦੀ ਫਿਰ ਅਪਰੂਵਲ ਕਦੋਂ ਆਈ ਆ, ਤੇ ਫਿਰ ਉਸ ਤੋਂ ਬਾਅਦ ਹੁੰਦਾ ਕਿ ਉਹ ਡੇਟ ਜਿਹੜੀ ਹੈਗੀ ਪ੍ਰਾਇਓਰਟੀ ਡੇਟ ਕਦੋਂ ਆ, ਉਹ ਟਾਈਮ ਜਿਹੜਾ ਅਪਲਾਈ ਤੇ ਅਪਰੂਵਲ ਦਾ ਉਹਦੇ ਵਿੱਚੋਂ ਜਿਹੜੀ ਪ੍ਰਾਇਓਰਟੀ ਡੇਟ ਆ ਉਹਦੇ ਟਾਈਮ ਤੇ ਜਿਹੜੀ ਉਮਰ ਆ ਉਹ ਕੱਢੀ ਜਾਂਦੀ ਆ। ਤੇ ਜੇ 21 ਸਾਲ ਤੋਂ ਘੱਟ ਰਹਿ ਜਾਵੇ ਤੇ ਉਹਦੇ ਵਿੱਚ ਫਿਰ ਤੁਸੀਂ ਕਵਰ ਹੋ ਜਾਂਦੇ ਆ। ਅਗਲਾ ਸਵਾਲ ਹੈ ਜੀ ਕਿ ਫਲਾਈਟਸ ਕਦੋਂ ਓਪਨ ਹੋਣਗੀਆਂ USA ਤੋਂ ਇੰਡੀਆ, ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਜੀ, ਕਿਉਂਕਿ ਪਿਛਲੇ 2 ਵੀਕ ਪਹਿਲਾਂ ਸਰਕਾਰ ਦੀ ਐਡਵਾਈਜ਼ਰੀ ਆਈ ਸੀ ਤਾਂ ਉਹਨਾਂ ਨੇ ਕਿਹਾ ਸੀ ਵੀ ਅਜੇ ਜਿਹੜੇ ਬੈਨ ਲੱਗੇ ਨੇ ਜਾਂ ਜਿਹਨਾਂ ਨੂੰ ਰੋਕਿਆ ਗਿਆ ਵਿਜ਼ਟਰ ਵੀਜ਼ਾ ਵਗੈਰਾ, ਉਹ ਸੇਮ ਹੀ ਜਿਹੜੇ ਬੈਨ ਨੇ ਲੱਗੇ ਰਹਿਣਗੇ, ਅਜੇ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ। ਅਗਲਾ ਸਵਾਲ ਹੈ ਜੀ ਕਿ F4 ਕੈਟਾਗਰੀ ਜਿਹੜੀ ਆ ਉਹਦੇ ਬਾਰੇ ਉਹ ਮਤਲਬ ਪੁੱਛ ਰਹੇ ਨੇ ਕਿ ਇਹਨੂੰ ਕਿੰਨੇ ਸਾਲ ਲੱਗ ਰਹੇ ਨੇ, ਤੇ ਇਹ ਜਿਹੜੀ 21 ਸਾਲ ਤੋਂ ਘੱਟ ਬੱਚੇ ਆਉਂਦੇ ਨੇ, 21 ਤੋਂ ਉੱਪਰ ਜੇ ਹੋ ਜਾਵੇ ਤਾਂ ਕੀ ਆ। ਇਹਦੇ 'ਚ ਬੇਸਿਕਲੀ ਦੇਖੋ ਜੀ, ਜਿਹੜਾ ਅਗਸਤ ਦਾ ਵੀਜ਼ਾ ਬੁਲੇਟਿਨ ਉਹਦੇ ਮੁਤਾਬਕ F4 ਜਿਹੜੀ ਹੁਣ ਚੱਲ ਰਹੀ ਆ ਇੰਡੀਆ ਦੀ, ਉਹ 1 ਸਤੰਬਰ 2005 ਆ, ਕਾਫੀ ਸਲੋ ਚੱਲ ਰਹੀ ਹੈ ਕੈਟਾਗਰੀ, ਤੇ ਆਲਮੋਸਟ ਇਹਨੂੰ 15-16 ਸਾਲ ਲੱਗ ਰਹੇ ਨੇ। 21 ਸਾਲ ਤੋਂ ਉੱਪਰ ਬੱਚਾ ਜਿਹੜਾ ਉਹ ਆ ਸਕਦਾ ਜਿਹੜਾ ਚਾਈਲਡ ਸਟੇਟਸ ਪ੍ਰੋਟੈਕਸ਼ਨ ਐਕਟ ਦੇ ਅੰਡਰ ਕਵਰ ਹੋਵੇ। ਚਾਈਲਡ ਸਟੇਟਸ ਪ੍ਰੋਟੈਕਸ਼ਨ ਐਕਟ ਦੇ ਅੰਡਰ ਕਵਰ ਹੋਣ ਲਈ ਜਦੋਂ ਕੇਸ ਤੁਹਾਡੇ ਜਿਹੜੇ ਹੈਗੇ ਆ ਰਿਲੇਟਿਵ ਨੇ ਅਪਲਾਈ ਕੀਤਾ, ਜਿਹੜਾ US ਸਿਟੀਜ਼ਨ ਹੈ, ਜਦੋਂ ਨੇ ਆਪਣੇ ਭਰਾ ਭੈਣ ਨੇ ਅਪਲਾਈ ਕੀਤਾ, ਉਹ ਡੇਟ ਦੇਖਣੀ ਪੈਂਦੀ ਹੈ। ਫਿਰ ਅਪਰੂਵਲ ਜਦੋਂ ਆਈ, ਕਿਉਂਕਿ ਅਪਰੂਵਲ ਕਈ ਵਾਰੀ ਜਿਹੜੀ 6 ਮਹੀਨੇ ਬਾਅਦ ਆ ਜਾਂਦੀ ਹੈ, ਕਈ ਵਾਰੀ ਸਾਲ, ਅੱਜ ਕੱਲ੍ਹ ਤਾਂ 8-8 ਸਾਲ ਬਾਅਦ ਆ ਰਹੀ ਹੈ। ਸੋ ਜਿੰਨਾ ਟਾਈਮ ਜ਼ਿਆਦਾ ਅਪਰੂਵਲ ਨੂੰ ਲੱਗਦਾ ਉਹ ਤੁਹਾਡੇ ਲਈ ਬੈਟਰ ਆ, ਕਿਉਂਕਿ ਉਹ ਟਾਈਮ ਜਿਹੜਾ ਉਹ ਤੁਹਾਡੀ ਉਮਰ ਜਦੋਂ 21 ਸਾਲ ਦੀ ਜੇ ਹੋ ਜਾਂਦੀ ਹੈ, ਪ੍ਰਾਇਓਰਟੀ ਡੇਟ ਜਦੋਂ ਕਰੰਟ ਹੁੰਦੀ ਉਹ 'ਚੋਂ ਕੱਢਿਆ ਜਾਂਦਾ। ਜੇ ਕੱਢ ਕੇ 21 ਸਾਲ ਤੋਂ ਘੱਟ ਰਹਿ ਜਾਂਦਾ ਤਾਂ ਫਿਰ ਤੁਸੀਂ ਆ ਸਕਦੇ ਹੋ। ਸੋ ਇਹ ਕੈਲਕੂਲੇਸ਼ਨ ਜਦੋਂ ਡੇਟ ਕਰੰਟ ਹੋਊਗੀ ਉਸ ਟਾਈਮ ਤੇ ਦੇਖਣੀ ਪੈਣੀ ਆ, ਉਹ ਪਹਿਲਾਂ ਨਹੀਂ ਦੇਖ ਸਕਦੇ। ਅਗਲਾ ਸਵਾਲ ਹੈ ਜੀ ਕਿ ਉਹਨਾਂ ਨੇ ਕਿਹਾ ਕਿ ਜਿਹੜੇ ਪੈਂਡਿੰਗ ਕੇਸ ਨੇ F4 ਕੈਟਾਗਰੀ ਦੇ, ਤੇ ਉਹ ਹੁਣ ਚੱਲਣਗੇ ਕਿ ਨਹੀਂ। ਚੱਲ ਤਾਂ ਰਹੇ ਨੇ ਪਰ ਬਹੁਤ ਸਲੋ ਨੇ ਜੀ, ਕਿਉਂਕਿ ਜਿਹੜੇ ਹੁਣ ਦੇ ਹਾਲਾਤ ਨੇ ਉਹਦੇ ਕਰਕੇ ਇੱਕ ਤਾਂ ਕਾਫੀ ਬੈਕਲੌਗ ਆ, ਤੇ ਇੱਕ ਤੁਹਾਨੂੰ ਪਤਾ ਹੀ ਆ ਵੀ ਸਾਲ 2 ਸਾਲ ਤੋਂ ਕਾਫੀ ਜਿਹੜਾ ਹੈਗਾ ਉਹ ਜਿਹੜੀ ਹੈਗੀ ਪ੍ਰਕੋਪੀ ਰਹੀ ਆ ਮਹਾਮਾਰੀ ਦੀ, ਉਹਦੇ ਕਰਕੇ ਇਹ ਜਿਹੜੇ ਕੇਸ ਨੇ ਸਲੋ ਨੇ, ਪਰ ਕੈਟਾਗਰੀ ਮੂਵ ਕਰ ਰਹੀ ਹੈ, ਪਰ ਕਾਫੀ ਸਲੋ ਆ। ਤੋ ਹੁਣ ਆਉਂਦੇ, ਹੁਣ ਅਗਲਾ ਜਦੋਂ ਬੁਲੇਟਿਨ ਆਊ ਸਪਟੈਂਬਰ ਦਾ, ਫਿਰ ਪਤਾ ਲੱਗੂ ਕਿੰਨੀ ਕੁ ਮੂਵ ਹੋਈ ਆ। ਅਗਲਾ ਸਵਾਲ ਹੈ ਜੀ ਕਿ ਮੈਂ F2B ਕੈਟਾਗਰੀ 'ਚ ਅਪਲਾਈ ਕੀਤਾ ਸੀ 2020 'ਚ। F2B ਕੈਟਾਗਰੀ ਤਾਂ ਬੇਸਿਕਲੀ ਭਰਾ ਭੈਣ ਦੀ ਜਿਹੜੀ ਹੈਗੀ ਆ US ਗ੍ਰੀਨ ਕਾਰਡ ਹੋਲਡਰਸ ਦੇ ਜਿਹੜੇ ਓਵਰ 21 ਬੱਚੇ ਆ ਉਹਨਾਂ ਦੀ ਕੈਟਾਗਰੀ ਆ, ਕਿਉਂਕਿ ਜਿਹੜਾ ਗ੍ਰੀਨ ਕਾਰਡ ਹੋਲਡਰ ਆ ਆਪਣੇ ਅਨਮੈਰਿਡ ਬੱਚੇ ਦਾ ਅਪਲਾਈ ਕਰ ਸਕਦਾ ਓਵਰ 21, ਤੇ ਮੈਰਿਡ ਦਾ ਨਹੀਂ ਕਰ ਸਕਦਾ। ਲੇਕਿਨ ਜਿਹੜਾ US ਸਿਟੀਜ਼ਨ ਆ ਉਹ ਅਨਮੈਰਿਡ ਦਾ ਵੀ ਕਰ ਸਕਦਾ, ਮੈਰਿਡ ਦਾ ਵੀ ਕਰ ਸਕਦਾ। ਸੋ ਜਿਹੜੀ F2B ਕੈਟਾਗਰੀ ਆ ਇਹ ਬੇਸਿਕਲੀ ਡੀਲ ਕਰਦੀ ਹੈ ਜਦੋਂ ਗ੍ਰੀਨ ਕਾਰਡ ਹੋਲਡਰ ਆਪਣੇ 21 ਸਾਲ ਤੋਂ ਉੱਪਰ ਅਨਮੈਰਿਡ ਬੱਚੇ ਦਾ ਅਪਲਾਈ ਕਰਦਾ। ਤੇ ਇਹਨਾਂ ਦਾ ਸਵਾਲ ਹੈ ਜੀ ਕਿ ਅਸੀਂ 2020 'ਚ ਅਪਲਾਈ ਕੀਤਾ, ਉਹਨਾਂ DNA ਮੰਗਿਆ, ਤੇ DNA ਉਹਨਾਂ ਨੇ ਜਿਹੜਾ ਅਸੀਂ ਕਰਾ ਲਿਆ,
ਤੇ ਉਸ ਤੋਂ ਬਾਅਦ ਸਾਨੂੰ ਕੋਈ ਅਪਡੇਟ ਨਹੀਂ ਆਈ ਤੇ ਇਹਨੂੰ ਕਿੰਨਾ ਟਾਈਮ ਲੱਗੂਗਾ। ਤੇ ਇਹ ਇਸ ਤਰ੍ਹਾਂ ਹੈ ਜੀ ਕਿ ਜੇ DNA ਜਿਹੜਾ ਹੈਗਾ ਮੰਗਿਆ ਉਹਨਾਂ ਨੇ ਤਾਂ ਉਸ ਤੋਂ ਬਾਅਦ ਉਹਨੂੰ ਅਪਡੇਟ ਉਹ ਕਰਨਗੇ। ਤੁਸੀਂ ਉਹਨਾਂ ਨਾਲ ਕੰਟੈਕਟ ਕਰੋ, ਤੁਹਾਡਾ ਜੇ ਕੋਈ ਵਕੀਲ ਆ ਤਾਂ ਉਹ ਕਰੇ ਜਾਂ ਆਪ ਕਰੋ, ਉਹਨਾਂ ਨੂੰ ਈਮੇਲ ਕਰੋ। ਤੇ ਕਿਉਂਕਿ ਡਿਲੇ ਤਾਂ ਹੈਗੀ ਆ, ਪਰ ਜਿੰਨੀ ਦੇਰ ਤੱਕ ਉਹ ਅਪਡੇਟ ਨਹੀਂ ਹੁੰਦਾ ਉਨੀ ਦੇਰ ਤੱਕ ਇਹ ਗੱਲ ਕਲੀਅਰ ਨਹੀਂ ਹੋਣੀ ਕਿ ਉਹਨਾਂ ਨੇ DNA ਐਕਸੈਪਟ ਕੀਤਾ ਜਾਂ ਕੀ ਕੀਤਾ। ਸੋ ਇਹਦੇ ਬਾਰੇ ਤੁਹਾਨੂੰ ਪੈਰਵੀ ਕਰਨੀ ਚਾਹੀਦੀ ਆ। ਅਗਲਾ ਸਵਾਲ ਹੈ ਜੀ, ਉਹ ਇਹ ਕਹਿ ਰਹੇ ਆ ਕਿ ਮੇਰੇ ਹਸਬੈਂਡ ਗ੍ਰੀਨ ਕਾਰਡ ਹੋਲਡਰ ਨੇ ਤੇ ਨਿਊਯਾਰਕ ਰਹਿੰਦੇ ਨੇ। ਉਹਨਾਂ ਨੇ ਮੇਰਾ ਕੇਸ 2019 ਚ ਲਗਾਇਆ ਸੀ, ਅਕਤੂਬਰ 2020 ਚ ਅਪਰੂਵਲ ਹੋ ਗਈ ਸੀ। ਇੰਟਰਵਿਊ ਨੂੰ ਕਿੰਨਾ ਟਾਈਮ ਲੱਗੂਗਾ? ਸੋ ਜੇ ਉਹਨਾਂ ਨੂੰ 2019 ਚ ਕੇਸ ਲਗਾਇਆ ਉਹਨਾਂ ਨੇ ਤੇ 20 ਚ ਅਪਰੂਵਲ ਆ ਗਈ ਆ, ਉਹਨੂੰ ਟਾਈਮ ਲੱਗੂਗਾ। ਜੇ ਗ੍ਰੀਨ ਕਾਰਡ ਹੋਲਡਰ ਹੈ ਤਾਂ ਕਰੰਟ ਆ, ਪਰ ਕਾਫੀ ਟਾਈਮ ਲੱਗ ਰਿਹਾ, ਸਾਲ ਡੇਢ ਸਾਲ ਤੋਂ ਉੱਪਰ ਲੱਗ ਰਿਹਾ ਤੇ ਅਪਰੂਵਲ ਤੋਂ ਬਾਅਦ ਵੀ। ਸੋ ਇਸ ਕਰਕੇ ਵੇਟ ਕਰਨੀ ਪੈਣੀ ਆ, ਪਰ ਕੈਟਾਗਰੀ ਕਰੰਟ ਹੈਗੀ, ਇਹ 'ਚ ਕੋਈ ਪ੍ਰਾਇਓਰਟੀ ਡੇਟ ਨਹੀਂ ਹੈਗੀ। ਅਗਲਾ ਸਵਾਲ ਹੈ ਜੀ ਕਿ ਮੇਰੇ ਵਾਈਫ ਦੀ ਫਾਈਲ ਲੱਗੀ ਸੀ ਤੇ ਮੇਰੀ ਇੰਟਰਵਿਊ ਕਦੋਂ ਤੱਕ ਆਊਗੀ? ਤੇ 4 ਦਸੰਬਰ ਦੀ ਲੱਗੀ ਆ। ਇਹਨੂੰ ਵੀ ਉਹੀ ਆ, ਟਾਈਮ ਲੱਗੂਗਾ ਜੀ, ਕਿਉਂਕਿ ਅੱਜ ਕੱਲ੍ਹ ਬੈਕਲੌਗ ਕਰਕੇ ਕਾਫੀ ਡਿਲੇ ਹੈਗੀ ਆ, ਅੱਗੇ ਨਾਲੋਂ ਜ਼ਿਆਦਾ ਟਾਈਮ ਲੱਗ ਰਿਹਾ। ਅਗਲਾ ਸਵਾਲ ਹੈ ਜੀ ਕਿ ਉਹ ਕਹਿ ਰਹੇ ਨੇ ਕਿ ਜਿਹੜੇ ਮੇਰੀ ਇੰਟਰਵਿਊ ਡੇਟ ਅਸਾਈਲਮ ਦੀ 1 ਅਪ੍ਰੈਲ 2020 ਨੂੰ ਸੀ ਤੇ ਫਿੰਗਰਪ੍ਰਿੰਟ ਹੋ ਚੁੱਕੇ ਆ, ਲੇਕਿਨ ਡਿਲੇ ਹੋ ਗਈ ਜਿਹੜੀ ਹੈਗੀ ਆ। ਉਸ ਤੋਂ ਬਾਅਦ ਕੋਈ ਇੰਟਰਵਿਊ ਡੇਟ ਨਹੀਂ ਆਈ ਤੇ ਕੀ ਅਪਡੇਟ ਹੈਗੀ ਆ ਤੇ ਅਜੇ ਇੰਟਰਵਿਊ ਡੇਟ ਜਿਹੜੀ ਹੈਗੀ ਆ ਉਹ ਕਦੋਂ ਤੱਕ ਆਊਗੀ? ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਜੀ, ਉਹਨਾਂ ਦੀ ਮਰਜ਼ੀ ਆ। ਤੇ ਕਈਆਂ ਦੀ ਇੰਟਰਵਿਊ ਤਾਂ ਆ ਜਾਂਦੀ ਹੈ 2-3 ਮਹੀਨੇ ਦੇ ਵਿੱਚ, 1.5 ਮਹੀਨੇ 'ਚ ਵੀ ਆ ਜਾਂਦੀ ਹੈ, ਕਈਆਂ 2-2 ਸਾਲ ਨਹੀਂ ਆਉਂਦੀ। ਸੋ ਤੁਹਾਨੂੰ ਵੇਟ ਕਰਨੀ ਪੈਣੀ ਆ। ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਕਦੋਂ ਡੇਟ ਆਊਗੀ। ਇਸ ਕਰਕੇ ਤੁਹਾਨੂੰ ਇਹ ਜ਼ਰੂਰ ਆ ਵੀ ਤੁਸੀਂ ਜੇ ASAP ਦੀ ਮੈਂਬਰਸ਼ਿਪ ਲੈ ਲਓ ਤਾਂ 6 ਮਹੀਨੇ ਬਾਅਦ ਆਪਣਾ ਵਰਕ ਪਰਮਿਟ ਅਪਲਾਈ ਕਰ ਸਕਦੇ ਹੋ। ਤੇ ਇੰਟਰਵਿਊ ਤਾਂ ਉਹਨਾਂ ਦੇ ਹੱਥ 'ਚ ਹੈਗੀ ਆ ਵੀ ਕਦੋਂ ਉਹ ਦਿੰਦੇ ਆ, ਪਰ ਕਈ ਥਾਵਾਂ ਤੁਸੀਂ ਇੰਟਰਵਿਊ ਕਢਾ ਸਕਦੇ ਹੋ। ਕਈ ਇੱਦਾਂ ਦੇ ਜਿਹੜੀਆਂ ਹੈਗੀਆਂ ਜੁਰਿਸਡਿਕਸ਼ਨ, ਜਿਵੇਂ ਸੈਨ ਫਰਾਂਸਿਸਕੋ ਹੈਗੀ ਆ, ਉੱਥੇ ਤੁਸੀਂ ਉਹਨਾਂ ਨੂੰ ਜੇ ਰਿਕੁਐਸਟ ਕਰੋ ਤਾਂ ਇੰਟਰਵਿਊ ਡੇਟ ਉਹ ਦੇ ਵੀ ਸਕਦੇ ਆ। ਅਗਲਾ ਸਵਾਲ ਹੈ ਜੀ, ਸਟੂਡੈਂਟ ਵੀਜ਼ੇ ਦਾ ਕੀ ਪ੍ਰੋਸੈਸ ਹੈ, ਬਾਰੇ ਦੱਸੋ। ਦੇਖੋ, ਸਟੂਡੈਂਟ ਵੀਜ਼ੇ ਵਾਸਤੇ F1 ਵੀਜ਼ਾ ਬੇਸਿਕਲੀ ਤੁਹਾਨੂੰ ਪਹਿਲਾਂ ਐਡਮਿਸ਼ਨ ਲੈਣੀ ਪੈਂਦੀ ਹੈ। ਐਡਮਿਸ਼ਨ ਇੱਥੇ ਲੈਣੀ ਪੈਂਦੀ ਆ ਅਮਰੀਕਾ ਦੇ ਵਿੱਚ, ਤੇ ਲੈਣੀ ਵੀ ਉਹ ਜਗ੍ਹਾ 'ਤੇ ਪੈਂਦੀ ਆ ਸਕੂਲ ਜਾਂ ਕਾਲਜ ਜਿਹੜਾ ਸਟੂਡੈਂਟ ਵੀਜ਼ੇ ਲਈ ਸਪਾਂਸਰ ਕਰਦਾ। ਤੇ ਸਪਾਂਸਰ ਜਿਹੜਾ ਹੈਗਾ ਉਹ ਬੇਸਿਕਲੀ I-20 ਫਾਰਮ ਦਿੰਦਾ, ਕਿਉਂਕਿ ਹਰੇਕ ਕਾਲਜ ਜਾਂ ਸਕੂਲ ਜਿਹੜਾ ਸਪਾਂਸਰ ਨਹੀਂ ਕਰਦਾ। ਤੇ ਉਸ ਤੋਂ ਬਾਅਦ ਅਪਲਾਈ ਕਰਨਾ ਪੈਂਦਾ ਤੇ ਅੰਬੈਸੀ ਕੋਲ ਕੇਸ ਜਾਂਦਾ ਤੇ ਉਹਦੇ ਨਾਲ ਐਫੀਡੇਵਿਟ ਆਫ ਸਪੋਰਟ ਕਿਹ ਦੇਣਾ ਪੈਂਦਾ, ਜਾਂ ਇਹ ਸ਼ੋਅ ਕਰਨਾ ਪੈਂਦਾ ਵੀ ਤੁਹਾਡੇ ਕੋਲ ਇੰਨੇ ਪੈਸੇ ਹੈਗੇ, ਸਾਰਾ ਖਰਚਾ ਚੱਕਣ ਦਾ ਉਹਦਾ, ਉਹ ਫੰਡਸ ਦੀ ਜਿਹੜੀ ਹੈਗੀ ਉਹਨਾਂ ਨੂੰ ਪ੍ਰੂਫ ਦੇਣੇ ਪੈਂਦੇ ਨੇ। ਅੱਗੇ ਅੰਬੈਸੀ ਦੀ ਮਰਜ਼ੀ ਹੈ ਦਵੇ ਜਾਂ ਨਾ ਦਵੇ, ਕਿਉਂਕਿ ਜ਼ਰੂਰੀ ਨਹੀਂ ਆ ਕਿ ਜੇ ਐਡਮਿਸ਼ਨ ਹੋ ਗਈ ਤੁਹਾਡੇ ਕੋਲ ਫੰਡਸ ਹੈਗੇ ਤਾਂ ਵੀਜ਼ਾ ਮਿਲ ਜਾਣਾ। ਕਈ ਵਾਰੀ ਐਡਮਿਸ਼ਨ ਹੋਣ 'ਤੇ ਵੀ, ਸਾਰਾ ਕੁਝ ਹੋਣ 'ਤੇ ਵੀ ਅੰਬੈਸੀ ਵੀਜ਼ਾ ਰਿਫਿਊਜ਼ ਕਰ ਸਕਦੀ ਹੈ। ਤੇ ਜੇ ਮਿਲ ਗਿਆ ਤਾਂ ਤੁਹਾਨੂੰ ਇੱਥੇ ਆ ਕੇ ਫਿਰ ਪੜ੍ਹਨਾ ਪੈਣਾ ਤੇ ਉਹ ਕਾਲਜ ਜਾਂ ਸਕੂਲ 'ਚ ਜਾਣਾ ਪੈਣਾ। ਅਗਲਾ ਸਵਾਲ ਹੈ ਜੀ, B1 B2 ਵੀਜ਼ਾ ਵਰਕ ਵੀਜ਼ੇ 'ਚ ਕਨਵਰਟ ਹੋ ਜਾਂਦਾ? ਨਹੀਂ, ਆਪਣੇ ਆਪ ਵਰਕ ਵੀਜ਼ੇ ਅਮਰੀਕਾ 'ਚ ਕਨਵਰਟ ਨਹੀਂ ਹੁੰਦਾ। ਅਮਰੀਕਾ ਜੈਸਾ ਕੋਈ ਸਿਸਟਮ ਨਹੀਂ ਕਿ ਜਿਹੜਾ B1 B2 ਵਿਜ਼ਟਰ ਵੀਜ਼ਾ ਬੇਸਿਕਲੀ, ਸੋ ਵਿਜ਼ਟਰ 'ਤੇ ਆਵੇ ਤਾਂ ਕਨਵਰਟ ਹੋ ਜਾਵੇ। ਆਮ ਤੌਰ 'ਤੇ ਜਿਹੜੇ ਲੋਕ ਕੀ ਕਰਦੇ ਆ, ਉਹ ਇਹਨੂੰ ਕਨਵਰਟ ਕਰਨ ਵਾਸਤੇ ਜਾਂ ਤਾਂ ਸਟੂਡੈਂਟ ਵੀਜ਼ੇ 'ਚ ਕਰ ਲੈਂਦੇ ਨੇ, ਪਰ ਉਹਦੇ ਵਿੱਚ ਵੀ ਕੰਮ ਕਰਨ ਦੀ ਪਰਮਿਸ਼ਨ ਨਹੀਂ ਹੁੰਦੀ। ਤੇ ਕੰਮ ਕਰਨ ਦੀ ਪਰਮਿਸ਼ਨ ਬੇਸਿਕਲੀ ਜਿਹੜੀ ਆ ਉਹ ਜਿਹੜੇ ਲੋਕੀ ਪੋਲੀਟੀਕਲ ਅਸਾਈਲਮ ਦਾ ਕੇਸ ਕਰਦੇ ਆ ਉਹਦੇ 'ਚ ਮਿਲ ਜਾਂਦੀ ਆ 6 ਮਹੀਨੇ ਬਾਅਦ ਵਰਕ ਪਰਮਿਟ 2 ਸਾਲ ਦਾ, ਜੇ ASAP ਦੀ ਮੈਂਬਰਸ਼ਿਪ ਆ। ਤੇ ਜਾਂ ਫਿਰ ਕਈ ਲੋਕੀ ਸਿਟੀਜ਼ਨ ਨਾਲ ਵਿਆਹ ਕਰ ਲੈਂਦੇ ਆ, ਉਹਦੇ ਵਿੱਚ ਵਰਕ ਪਰਮਿਟ ਮਿਲਦਾ। ਪਰ ਐਜ਼ ਇਟ ਜਿਵੇਂ ਹੁਣ B1 B2 ਤੇ ਕੋਈ ਆ ਗਿਆ, ਉਹਨੂੰ ਵਰਕ ਵੀਜ਼ਾ ਇੱਥੇ ਅਮਰੀਕਾ ਦੇ ਵਿੱਚ ਕੈਨੇਡਾ ਵਾਂਗੂ ਜਾਂ ਹੋਰਾਂ ਜਿਹੜੇ ਕੰਟਰੀਜ਼ ਨੇ ਉਹਨਾਂ ਵਾਂਗੂ ਵਰਕ ਵੀਜ਼ਾ ਨਹੀਂ ਹੈਗਾ, ਉੱਦਾਂ ਨਹੀਂ ਮਿਲਦਾ ਤੇ ਉਹ ਕਨਵਰਟ ਨਹੀਂ ਹੁੰਦਾ। ਪਰ ਅਸੀਂ ਇਹ ਰਿਕਮੈਂਡ ਕਰਦੇ ਹਾਂ ਵੀ ਅਸਾਈਲਮ ਦਾ ਕੇਸ ਤਾਂ ਹੀ ਲਾਓ ਜੇ ਕੇਸ ਸੱਚਾ ਆ, ਤੁਹਾਡੇ ਕੋਲ ਡਾਕੂਮੈਂਟੇਸ਼ਨ ਹੈਗੀ ਆ, ਜਿਹੜੇ ਅਸਾਈਲਮ ਦੇ ਗਰਾਊਂਡ ਨੇ ਉਹਨਾਂ ਵਿੱਚ ਤੁਸੀਂ ਆਉਂਦੇ ਆ। ਤੇ ਅਦਰਵਾਈਜ਼ ਅਸਾਈਲਮ ਦਾ ਕੇਸ ਜਿਹੜਾ ਹੈਗਾ ਉਹ ਤੁਸੀਂ ਨਾ ਲਾਓ। ਤੇ ਜਿਹੜਾ ਵਿਆਹ ਦਾ ਕੇਸ ਵੀ ਲਾਈਕਵਾਈਜ਼ ਜੇ ਅਸਲੀ ਆ, ਵਿਆਹ ਤੁਹਾਡਾ ਰੀਅਲ ਆ, ਤੁਹਾਡੇ ਕੋਲ ਪ੍ਰੂਫ ਹੈਗਾ ਤਾਂ ਕਰੋ, ਅਦਰਵਾਈਜ਼ ਨਾ ਕਰੋ। ਅਗਲਾ ਸਵਾਲ ਹੈ ਜੀ ਕਿ ਮੈਂ ਗ੍ਰੀਨ ਕਾਰਡ ਅਪਲਾਈ ਕੀਤਾ ਸੀ ਤੇ ਹੁਣ 515 ਦਿਨ ਤੋਂ ਉੱਤੇ ਹੋ ਗਏ, ਕਿੰਨਾ ਟਾਈਮ ਲੱਗੂਗਾ? ਇਹਨੂੰ ਜੇ ਤੁਸੀਂ ਅਸੈਲੀ ਗ੍ਰੀਨ ਕਾਰਡ ਦੀ ਗੱਲ ਕਰ ਰਹੇ ਹੋ, ਉਹਨੂੰ ਟਾਈਮ ਲੱਗ ਰਿਹਾ ਜੀ, ਅੱਜ ਕੱਲ੍ਹ ਤਕਰੀਬਨ 2-2.5-3 ਸਾਲ ਦਾ ਟਾਈਮ ਲੱਗ ਰਿਹਾ ਤੇ 2 ਸਾਲ ਤੋਂ ਤਾਂ ਉੱਪਰ ਟਾਈਮ ਲੱਗੇਗਾ। ਸੋ ਇਸ ਕਰਕੇ ਵੇਟ ਕਰੋ ਤੇ ਅਜੇ ਤੁਸੀਂ ਟਾਈਮ ਦੇ ਵਿੱਚ ਹੀ ਹੋ, ਕਿਉਂਕਿ ਡਿਲੇ ਕਾਫੀ ਆ। ਅਗਲਾ ਸਵਾਲ ਹੈ ਜੀ ਕਿ ਫਲਾਈਟਾਂ ਕਦੋਂ ਖੁੱਲ੍ਹਣਗੀਆਂ? ਫਲਾਈਟਾਂ ਦਾ ਅਜੇ ਕੁਝ ਨਹੀਂ ਕਹਿ ਸਕਦੇ ਜੀ, ਕਿਉਂਕਿ ਅਜੇ ਜਿਹੜੀਆਂ ਕੰਟਰੀਆਂ ਨੂੰ ਅਮਰੀਕਾ ਨੇ ਬੰਦ ਕੀਤਾ ਸੀ ਉਹ ਸਟਿਲ ਬੰਦ ਹੀ ਨੇ ਜੀ। ਤੇ ਅਗਲਾ ਸਵਾਲ ਹੈ ਜੀ ਕਿ ਉਹ ਇਹ ਕਹਿ ਰਹੇ ਆ ਕਿ ਮੈਂ ਸਟੱਡੀ ਵੀਜ਼ੇ 'ਤੇ, ਉਹ ਕਹਿੰਦੇ ਆ ਵੀ ਆਇਆ ਸੀਗਾ ਅਗਸਤ 11 2021 ਨੂੰ, ਤੇ ਗ੍ਰੀਨ ਕਾਰਡ ਕਦੋਂ ਮਿਲ ਸਕਦਾ? ਸਟੱਡੀ ਵੀਜ਼ੇ ਤੋਂ ਸਿੱਧਾ ਗ੍ਰੀਨ ਕਾਰਡ ਨਹੀਂ ਜੀ ਮਿਲਦਾ।
ਸਟੱਡੀ ਵੀਜ਼ੇ ਤੇ ਤਾਂ ਤੁਹਾਨੂੰ ਜਿਹੜਾ ਪੜ੍ਹਨ ਦਾ ਹੀ ਆ, ਉਸ ਤੋਂ ਬਾਅਦ ਤੁਸੀਂ H1 ਵਗੈਰਾ ਕਰ ਸਕਦੇ ਹੋ ਜੇ ਤੁਹਾਨੂੰ ਕੰਪਨੀ ਸਪਾਂਸਰ ਕਰੇ, ਉਹ ਵੀ ਲੋਟਰੀ ਆ। ਤੇ ਜਾਂ ਕੋਈ ਹੋਰ ਤਰੀਕਾ ਇੱਦਾਂ ਸਿੱਧਾ ਸਟੱਡੀ ਵੀਜ਼ੇ ਤੋਂ ਗ੍ਰੀਨ ਕਾਰਡ ਮਿਲਣ ਦੀ ਅਮਰੀਕਾ 'ਚ ਕੋਈ ਵੀ ਜਿਹੜੀ ਆ ਉਹ ਮਤਲਬ ਵਿਵਸਥਾ ਨਹੀਂ ਹੈਗੀ। ਅਗਲਾ ਸਵਾਲ ਹੈ ਜੀ ਕਿ ਮੇਰੀ ਸਿਸਟਰ ਨੇ 2014 'ਚ ਅਪਲਾਈ ਕੀਤਾ ਸੀ, ਕਿੰਨਾ ਟਾਈਮ ਲੱਗੂਗਾ? 14 'ਚ ਤੁਹਾਡੇ ਲਈ ਅਪਲਾਈ ਕੀਤਾ, ਜੇ 2005 ਚੱਲ ਰਿਹਾ ਜੀ, ਸੋ ਅਜੇ ਇਹਨੂੰ ਕਾਫੀ ਟਾਈਮ ਲੱਗੂਗਾ। ਜੇ ਘੱਟੋ ਘੱਟ ਤੁਸੀਂ ਲਾ ਲਓ 9-10 ਸਾਲ ਹੋਰ ਲੱਗ ਸਕਦੇ ਜੇ ਇਸੇ ਸਪੀਡ ਨਾਲ ਚੱਲਦਾ ਰਿਹਾ। ਜੇ ਸਪੀਡ ਵੱਧ ਗਈ ਤਾਂ ਫਿਰ ਠੀਕ ਆ। ਅਗਲਾ ਸਵਾਲ ਹੈ ਜੀ ਕਿ ਤੁਸੀਂ ਉਹਨਾਂ ਨੇ ਕਿਹਾ ਵੀ ਜਿਹੜੇ ਸੈਲਮ ਦੇ 5 ਗਰਾਊਂਡ ਆ, ਇਹਨਾਂ ਬਾਰੇ ਸਾਨੂੰ ਜਾਣਕਾਰੀ ਦਿਓ, ਵੀਡੀਓ ਬਣਾਓ। ਅਗਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਸੈਲਮ ਦੇ 5 ਗਰਾਊਂਡਾਂ ਬਾਰੇ ਡਿਟੇਲ ਦੇ ਵਿੱਚ ਜਾਣਕਾਰੀ ਦਿਆਂਗਾ ਤੇ ਇਹਦੇ ਬਾਰੇ ਆਪਾਂ ਮਤਲਬ ਗੱਲ ਕਰਾਂਗੇ। B1 B2 ਵੀਜ਼ਾ ਕਦੋਂ ਖੁੱਲ੍ਹਣਗੇ, ਇਹਦੇ ਬਾਰੇ ਅਜੇ ਕੁਝ ਨਹੀਂ ਕਹਿ ਸਕਦੇ। ਸੋ ਉਹਨਾਂ ਨੇ ਕਿਹਾ ਵੇਟ ਕਰੋ, ਸੋ ਇਹਨੂੰ ਟਾਈਮ ਲੱਗ ਸਕਦਾ ਜੀ। ਅਗਲਾ ਸਵਾਲ ਹੈ ਜੀ, ਉਹ ਕਹਿੰਦੇ ਨੇ ਕਿ 10 ਸਾਲ ਦਾ ਮੇਰਾ ਅਮਰੀਕਾ ਦਾ ਵੀਜ਼ਾ ਲੱਗਿਆ ਹੋਇਆ ਤੇ ਮੈਂ ਇੱਕ ਵਾਰੀ 19 ਵਿੱਚ ਅਮਰੀਕਾ 3 ਦਿਨ ਰਹਿ ਕੇ ਆਇਆ ਸੀ। ਇਹ ਵੀਜ਼ਾ ਵਰਕ ਵਿੱਚ ਬਦਲ ਸਕਦਾ ਹੈ? ਵਰਕ ਵਿੱਚ ਵੀਜ਼ਾ ਬਦਲਣ ਦੀ ਕੋਈ ਵੀ ਪ੍ਰੋਵੀਜ਼ਨ ਨਹੀਂ ਹੈ ਅਮਰੀਕਾ ਦੇ ਵਿੱਚ। ਜਿਹੜਾ ਵਿਜ਼ਟਰ ਵੀਜ਼ੇ ਵਾਲਾ ਆਉਂਦਾ ਉਹਦਾ ਸਿਰਫ ਇਹੀ ਆ ਵੀ ਇੱਥੇ ਆ ਕੇ ਘੁੰਮ ਫਿਰ ਕੇ ਵਾਪਸ ਜਾ ਸਕਦਾ। ਇੱਥੇ ਕੰਮ ਦਾ ਕੋਈ ਇਹੋ ਜਿਹਾ ਵਰਕ ਪਰਮਿਟ ਸਿਸਟਮ ਨਹੀਂ ਹੈਗਾ। ਸੋ ਕੰਮ ਦੇ ਜਿਹੜੇ ਵੀਜ਼ੇ ਨੇ ਉਹ ਜਾਂ ਤਾਂ H1 ਵੀਜ਼ਾ ਜਾਂ L1 ਵੀਜ਼ਾ ਆ ਜਾਂ R1 ਆ, ਪਰ ਉਹ ਆਪਣੇ ਆਪ ਕਨਵਰਟ ਨਹੀਂ ਹੁੰਦੇ, ਉਹਨਾਂ ਦੀਆਂ ਆਪੋ ਆਪਣੀਆਂ ਸ਼ਰਤਾਂ ਹੁੰਦੀਆਂ ਨੇ। ਤੇ ਜਾਂ ਫਿਰ ਕਈ ਬੰਦੇ ਜਿਹੜੇ ਪੋਲੀਟੀਕਲ ਅਸਾਈਲਮ ਵਗੈਰਾ ਦੇ ਜਾਂ ਵਿਆਹ ਦੇ ਕੇਸ ਕਰਦੇ ਆ, ਉਹਨਾਂ ਨੂੰ ਉੱਤੇ ਜਿਹੜਾ ਵਰਕ ਪਰਮਿਟ ਮਿਲ ਜਾਂਦਾ। ਪਰ ਅਸੀਂ ਰਿਕਮੈਂਡ ਫੇਰ ਕਰਦੇ ਹਾਂ ਵੀ ਉਹ ਤਾਂ ਕਰੋ ਕੇਸ ਜੇ ਸੱਚੇ ਨੇ, ਜੇ ਅਸਲੀ ਨੇ, ਤੁਹਾਡੇ ਗਰਾਊਂਡ ਕੋਈ ਹੈਗੇ ਐਵੇਂ ਹੀ ਵਰਕ ਪਰਮਿਟ ਲੈਣ ਵਾਸਤੇ ਇੱਦਾਂ ਦੇ ਕੇਸ ਜਿਹੜੇ ਉਹ ਨਾ ਕਰੋ। ਪਰ ਤੁਹਾਡਾ ਸਵਾਲ ਦਾ ਜਵਾਬ ਇਹੀ ਆ ਵੀ ਆਪਣੇ ਆਪ ਵਰਕ ਪਰਮਿਟ ਜਿਹੜਾ ਉਹ ਕਨਵਰਟ ਨਹੀਂ ਹੁੰਦਾ। ਅਗਲਾ ਸਵਾਲ ਹੈ ਜੀ ਕਿ ਜਿਹੜੇ ਹੁਣ ਡੇਟਾਂ ਦੀ ਜਿਹੜੀ ਹੈਗੀ ਆ ਉਹ ਪਿਛਲੇ 2 ਸਾਲ ਦੇ ਵਿੱਚ ਜਿਨ੍ਹਾਂ ਦੀਆਂ ਇੰਟਰਵਿਊਆਂ ਨਹੀਂ ਹੋਈਆਂ ਤੇ ਉਹਨਾਂ 'ਤੇ ਜਿਹੜਾ ਸੀਗਾ ਉਹ ਬੈਨ ਲੱਗਿਆ ਹੋਇਆ ਸੀ ਜਾਂ ਡਿਲੇ ਸੀਗੀ ਬੈਕਲੌਗ ਦੀ, ਉਹਦਾ ਕੋਈ ਫਾਇਦਾ ਹੋਏਗਾ? ਸਰਕਾਰ ਇਹਨੂੰ ਕੰਸੀਡਰ ਕਰ ਸਕਦੀ ਆ, ਪਰ ਅਜੇ ਤੱਕ ਤਾਂ ਉਹਨਾਂ ਦੀ ਕੋਈ ਇਹਦੇ ਬਾਰੇ ਇੱਦਾਂ ਦੀ ਅਪਡੇਟ ਨਹੀਂ ਆਈ। ਪਰ ਆਮ ਤੌਰ 'ਤੇ ਜਿਹੜਾ ਚਾਈਲਡ ਸਟੇਟਸ ਪ੍ਰੋਟੈਕਸ਼ਨ ਐਕਟ ਹੈਗਾ, ਜੇ 21 ਸਾਲ ਤੋਂ ਉੱਪਰ ਹੋ ਕੇ ਕਵਰ ਹੋ ਸਕਦਾ, ਪਰ ਟਾਈਮ ਜਿਹੜਾ ਉਹ ਮਤਲਬ ਅਜੇ ਵੀ ਲੱਗ ਰਿਹਾ, ਉਹ ਕੋਈ ਛੇਤੀ ਹੋਣ ਦੀ ਸੰਭਾਵਨਾ ਅਜੇ ਤੱਕ ਨਹੀਂ ਆ। ਤੇ ਅੱਗੇ ਹੁਣ ਦੇਖਦੇ ਹਾਂ ਕੀ ਹੁੰਦਾ ਜੀ। ਅਗਲਾ ਸਵਾਲ ਹੈ ਜੀ ਕਿ ਮੇਰਾ ਅਸਾਈਲਮ ਕੇਸ 2020 ਮਾਰਚ ਪਾਸ ਹੋ ਗਿਆ ਸੀ ਤੇ ਮੈਂ ਆਪਣੀ ਫੈਮਿਲੀ ਦਾ ਅਪਲਾਈ ਕੀਤੇ ਨੂੰ 6 ਮਹੀਨੇ ਹੋ ਗਏ ਨੇ ਤੇ ਇਹਨੂੰ ਕਿੰਨਾ ਟਾਈਮ ਹੋਰ ਲੱਗੂ? ਇਹਨੂੰ ਤਾਂ ਕਾਫੀ ਟਾਈਮ ਲੱਗੂਗਾ ਜੀ। ਅੱਜ ਕੱਲ੍ਹ ਤਕਰੀਬਨ 1.5 ਤੋਂ 2 ਸਾਲ ਲੱਗ ਰਹੇ ਆ ਫੈਮਿਲੀ ਨੂੰ, ਸੋ ਤੁਹਾਨੂੰ ਵੇਟ ਕਰਨੀ ਪੈਣੀ ਹੈ ਜੀ। ਅਗਲਾ ਸਵਾਲ ਹੈ ਜੀ ਕਿ ਸਿਰਫ F4 ਅਸੀਂ ਅਪ੍ਰੈਲ 2006 ਦਾ ਅਪਲਾਈ ਕੀਤਾ, ਕਿੰਨਾ ਟਾਈਮ ਲੱਗੂਗਾ? 2005 ਸਪਟੈਂਬਰ ਚੱਲ ਰਿਹਾ ਜੇ, ਦੇਖਦੇ ਹਾਂ ਹੁਣ ਅਗਲੇ ਮਹੀਨੇ ਦਾ ਵੀਜ਼ਾ ਬੁਲਟਨ ਆਉਣਾ, ਹਫ਼ਤੇ ਤੱਕ ਵੀ ਉਹਦਾ ਕੀ ਚੱਲਦਾ। ਤੇ ਅਜੇ ਅਪ੍ਰੈਲ 2006 ਆ ਤੁਹਾਡੀ ਜਿਹੜੀ ਵਾਰੀ ਆ, ਉਹਦੇ ਹਿਸਾਬ ਨਾਲ 5-6 ਮਹੀਨੇ ਜਾਂ 8 ਮਹੀਨੇ 'ਚ ਆਉਣੀ ਚਾਹੀਦੀ ਆ। ਵੀਲ ਸੀ ਕਿ ਕਿੰਨਾ ਕੁ ਮੂਵ ਹੁੰਦਾ ਹੈ। ਜੇ ਸਲੋ ਆ ਫਿਰ ਜ਼ਿਆਦਾ ਟਾਈਮ ਵੀ ਲੱਗ ਸਕਦਾ। ਅਗਲਾ ਸਵਾਲ ਹੈ ਜੀ ਕਿ F4 ਕੈਟੇਗਰੀ ਦੇ ਕਿਹੜੇ ਮਹੀਨੇ ਦੀ ਇੰਟਰਵਿਊ ਚੱਲ ਰਹੀ ਆ? ਦੇਖੋ F4 ਕੈਟੇਗਰੀ ਦੀਆਂ ਇੰਟਰਵਿਊਆਂ ਦਾ ਅਜੇ ਕੁਝ ਨਹੀਂ ਕਹਿ ਸਕਦੇ ਕਿਉਂ ਦੀ ਚੱਲ ਰਹੀ। ਕਈਆਂ ਦੀਆਂ ਜਨਵਰੀ ਫਰਵਰੀ ਦੇ ਕੇਸ 2005 ਦੇ ਕੀਤੇ ਇੰਟਰਵਿਊ ਨਹੀਂ ਆਈ ਤੇ ਉੱਦਾਂ ਜਿਹੜਾ ਵੀਜ਼ਾ ਬੁਲਟਨ ਕਹਿ ਰਿਹਾ ਕਿ ਸਪਟੈਂਬਰ ਤੱਕ ਦੀਆਂ, ਪਰ ਉਹਦਾ ਮਤਲਬ ਇਹ ਨਹੀਂ ਕਿ ਸਾਰੀਆਂ ਇੰਟਰਵਿਊ ਅਗਸਤ ਸਪਟੈਂਬਰ ਤੱਕ ਦੀਆਂ ਹੋ ਗਈਆਂ। ਉਹਦਾ ਮਤਲਬ ਇਹ ਆ ਵੀ ਸਪਟੈਂਬਰ ਤੱਕ 2005 ਤੱਕ ਜਿਹੜਾ ਸਪਟੈਂਬਰ ਤੱਕ ਇੰਟਰਵਿਊ ਕਰ ਰਹੇ ਨੇ। ਪਰ ਕਈਆਂ ਦੇ ਇਹੋ ਜਿਹੇ ਕੇਸ ਮੈਂ ਜਾਣਦਾ ਕਿ ਜਿਨ੍ਹਾਂ ਨੇ ਜਨਵਰੀ ਜਾਂ ਫਰਵਰੀ 2005 'ਚ ਅਪਲਾਈ ਕੀਤਾ ਸੀ ਜਾਂ ਮਾਰਚ 'ਚ, ਉਹਨਾਂ ਦੀ ਪ੍ਰਾਇਓਰਟੀ ਆ, ਸਾਰੇ ਪੇਪਰ ਜਮ੍ਹਾਂ ਹੋ ਗਏ ਤੱਕ ਇੰਟਰਵਿਊ ਨਹੀਂ ਆਈ। ਸੋ ਇਹਦੇ ਬਾਰੇ ਕੋਈ ਅਜੇ ਇਸ ਕਿਸਮ ਦੀ ਕਲੈਰਿਟੀ ਨਹੀਂ ਹੈਗੀ ਵੀ ਉਹ ਕਿਹੜੇ ਮਹੀਨੇ ਨੂੰ ਦੇ ਰਹੇ ਨੇ, ਪਰ ਉਦੋਂ ਤੱਕ ਦੇ ਰਹੇ ਨੇ। ਇਹਦਾ ਮਤਲਬ ਹੈ ਵੀ ਉਹ ਆਪਣੇ ਹਿਸਾਬ ਨਾਲ ਬੁਲਾਉਣਗੇ। ਅਗਲਾ ਸਵਾਲ ਹੈ ਜੀ ਕਿ F4 ਕੈਟੇਗਰੀ ਫਾਸਟ ਹੋਣ ਦੀ ਉਮੀਦ ਹੈ ਕਿ ਨਹੀਂ? ਨਹੀਂ ਜੀ, ਇਹਦੀ ਕੋਈ ਖਾਸ ਅਜੇ ਉਮੀਦ ਨਹੀਂ ਆ ਫਾਸਟ ਹੋਣ ਦੀ। ਸੋ ਅੱਗੇ ਹੁਣ ਆਪਾਂ ਦੇਖਾਂਗੇ ਸਰਕਾਰ ਕੀ ਚੇਂਜਸ ਕਰਦੀ ਹੈ, ਪਰ ਅਜੇ ਤੱਕ ਤਾਂ ਕਾਫੀ ਸਲੋ ਚੱਲ ਰਹੀ ਹੈ। ਸਰ ਸਾਡੀ ਪਟੀਸ਼ਨ 2011 ਵਿੱਚ ਕੀਤੀ ਸੀ, ਕੀ ਮੈਂ ਸਟੱਡੀ ਵੀਜ਼ੇ 'ਤੇ ਆ ਸਕਦਾ ਕਿ ਨਹੀਂ? ਇਹ ਜੇ ਤੁਹਾਡੀ ਪਟੀਸ਼ਨ F4 ਕੈਟੇਗਰੀ ਜਾਂ F3 ਤੁਸੀਂ ਗੱਲ ਕਰ ਰਹੇ ਹੋ ਕੀਤੀ ਆ ਇਮੀਗ੍ਰੈਂਟ ਪਟੀਸ਼ਨ, ਤਾਂ ਤੁਸੀਂ ਵਿਜ਼ਟਰ ਵੀਜ਼ੇ 'ਤੇ ਆਉਣ ਦੀ ਤੁਹਾਨੂੰ ਜਿਹੜੀ ਪ੍ਰੋਬਲਮ ਆ ਸਕਦੀ ਆ, ਸਟੂਡੈਂਟ ਵੀਜ਼ੇ 'ਤੇ ਵੀ ਆ ਸਕਦੀ ਆ। ਕਿਉਂਕਿ ਜਦੋਂ ਤੁਸੀਂ ਇਮੀਗ੍ਰੈਂਟ ਵੀਜ਼ਾ ਅਪਲਾਈ ਕਰ ਦਿਓ ਤਾਂ ਉਹਦੇ ਵਿੱਚ ਇਹ ਹੁੰਦਾ ਵੀ ਤੁਸੀਂ ਜੇ ਇੱਥੇ ਅਮਰੀਕਾ ਆ ਕੇ ਤੇ ਉਹਨਾਂ ਨੂੰ ਇਹ ਲੱਗਦਾ ਵੀ ਤੁਸੀਂ ਰਹਿ ਜਾਣਾ। ਸੋ ਇਸ ਕਰਕੇ ਅਪਲਾਈ ਤੁਸੀਂ ਕਰ ਸਕਦੇ ਹੋ, ਪਰ ਉਹਦੇ ਵਿੱਚ ਮੈਂਸ਼ਨ ਕਰਨਾ ਪਏਗਾ ਕਿ ਸਾਡੀ ਪਟੀਸ਼ਨ ਹੋਈ ਆ ਤੇ ਉਹ ਤੁਹਾਨੂੰ ਨਾ ਜਿਹੜਾ ਉਹ ਕਰ ਸਕਦੇ ਆ। ਅਗਲਾ ਸਵਾਲ ਹੈ ਜੀ ਕਿ F4 ਅਪਲਾਈ ਕੀਤੇ ਨੂੰ ਮੇਰੀ ਜਿਹੜੀ ਬੇਟੀ ਦੀ ਉਮਰ ਹੈਗੀ ਆ ਉਹ 2021 'ਚ 13 ਸਾਲ ਤੇ ਬੇਟੇ ਦੀ ਜਿਹੜੀ ਹੈਗੀ 10 ਸਾਲ ਦੀ ਆ, ਤੇ ਉਹ ਇਹਨੂੰ ਟਾਈਮ ਲੱਗੂਗਾ ਆ ਸਕਦੇ ਆ ਕਿ ਨਹੀਂ ਗਾ? ਦੇਖੋ ਜੀ, ਇਹਨੂੰ ਟਾਈਮ ਲੱਗੂਗਾ ਕਿਉਂਕਿ ਇਹਨੂੰ ਅੱਜ ਕੱਲ੍ਹ ਇਸ ਕੈਟੇਗਰੀ ਨੂੰ 14-15 ਸਾਲ ਲੱਗ ਰਹੇ ਆ
ਤੇ ਚਾਈਲਡ ਸਟੇਟਸ ਪ੍ਰੋਟੈਕਸ਼ਨ ਐਕਟ ਜਿਹੜਾ ਉਹ ਕਵਰ ਤਾਂ ਉਦੋਂ ਕਰੇਗਾ, ਪਰ ਉਹਦੀ ਜਿਹੜੀ ਕੈਲਕੂਲੇਸ਼ਨ ਦੇਖਣੀ ਪਏਗੀ ਵੀ ਅਪਲਾਈ ਜਦੋਂ ਕੀਤਾ ਤੇ ਅਪਰੂਵਲ ਕਦੋਂ ਆਉਂਦੀ ਆ। ਜਿਹੜਾ ਉਹ ਅਪਲਾਈ ਤੇ ਅਪਰੂਵਲ ਦਾ ਟਾਈਮ ਹੈ ਉਹ ਜਿੰਨੀ ਬੱਚੇ ਦੀ ਉਮਰ ਜਦੋਂ ਡੇਟ ਕਰੰਟ ਹੋਏਗੀ ਉਹਦੇ ਵਿੱਚੋਂ ਕੱਢਣੀ ਪੈਂਦੀ ਹੈ। ਜੇ 21 ਤੋਂ ਘੱਟ ਰਹਿ ਜਾਵੇ ਤਾਂ ਫਿਰ ਆ ਸਕਦੇ ਆ। ਅਗਲਾ ਸਵਾਲ ਹੈ ਜੀ ਕਿ F4 ਕੈਟਾਗਰੀ ਜਨਵਰੀ 6 'ਚ ਅਪਲਾਈ ਕੀਤਾ ਸੀ ਤੇ ਕਦੋਂ ਆਊਗਾ? ਇਹਨੂੰ ਟਾਈਮ ਲੱਗੂਗਾ ਜੀ। ਇਹ 6 'ਚ ਅਪਲਾਈ ਕੀਤਾ, ਅਜੇ ਸਤੰਬਰ 2005 ਚੱਲ ਰਿਹਾ, ਇਹਨੂੰ ਟਾਈਮ ਲੱਗ ਸਕਦਾ। ਤੇ ਇਸ ਤੋਂ ਇਲਾਵਾ ਅਗਲਾ ਸਵਾਲ ਹੈ ਜੀ ਕਿ ਜਦੋਂ ਕੇਸ ਵਾਪਸ ਹੋ ਜਾਂਦਾ ਤਾਂ ਬੌਂਡ ਵਾਪਸ ਹੋ ਜਾਂਦਾ? ਹਾਂਜੀ, ਜੇ ਕੇਸ ਤੁਹਾਡਾ ਜਿਹੜਾ ਹੈਗਾ ਉਹ ਪਾਸ ਹੋ ਜਾਵੇ ਜਾਂ ਕੇਸ ਤੁਹਾਡਾ ਜਿਹੜਾ ਹੈਗਾ ਤੁਸੀਂ ਵਾਪਸ ਚਲੇ ਜਾਓ ਤਾਂ ਤੁਹਾਨੂੰ ਬੌਂਡ ਵਾਪਸ ਮਿਲ ਸਕਦਾ। ਉਹਦੇ ਵਾਸਤੇ ਉਹਨਾਂ ਨੂੰ ਕੰਟੈਕਟ ਕਰਨਾ ਪੈਂਦਾ, ਕਈਆਂ ਨੂੰ ਤਾਂ ਆਪਣੇ ਆਪ ਚਿੱਠੀ ਆ ਜਾਂਦੀ, ਕਈਆਂ ਨੂੰ ਕੰਟੈਕਟ ਕਰਨਾ ਪੈਂਦਾ। ਤੇ ਅਗਲਾ ਸਵਾਲ ਹੈ ਜੀ ਕਿ ਉਹ ਕਹਿ ਰਹੇ ਆ ਕਿ F3 ਕੈਟਾਗਰੀ 'ਚ ਮਈ 2010 'ਚ ਅਪਲਾਈ ਕੀਤਾ ਸੀ ਤੇ ਸਾਡੀ ਫੀਸ ਜਿਹੜੀ ਆ ਉਹ ਕਦੋਂ ਤੱਕ ਆਊਗੀ? ਅਜੇ ਜੀ F3 'ਚ ਨਵੰਬਰ 2008 ਚੱਲ ਰਿਹਾ, ਅਜੇ ਟਾਈਮ ਲੱਗੂਗਾ, ਤੁਹਾਨੂੰ ਵੇਟ ਕਰਨੀ ਪੈਣੀ ਆ। ਹੋ ਸਕਦਾ ਅਜੇ ਹੋਰ ਇਹਨੂੰ ਕਿਉਂਕਿ ਜਿਹੜੀ ਕੈਟਾਗਰੀ ਕਾਫੀ ਸਲੋ ਆ ਤੇ ਜੇ 8 ਚੱਲ ਰਿਹਾ 2 ਸਾਲ ਹੋਰ ਤੁਹਾਨੂੰ ਲੱਗ ਸਕਦਾ ਤੁਹਾਡਾ ਜੇ 10 'ਚ ਅਪਲਾਈ ਹੋਇਆ। ਅਗਲਾ ਜੀ ਕਿ ਮੈਕਸੀਕੋ ਦੇ ਬਾਰਡਰ ਤੇ ਅਪਡੇਟ ਹੈਗੀ ਦਿਓ। ਮੈਂ ਉਹਦੇ ਬਾਰੇ ਹੁਣੇ ਦੱਸ ਕੇ ਹਟਿਆ ਜੀ ਕਿ ਜਿਹੜਾ ਨਵੇਂ ਰੂਲ ਨੇ ਉਹਦੇ ਮੁਤਾਬਕ ਇਹਨਾਂ ਨੇ ਇੱਕ ਤਾਂ ਜਿਹੜਾ ਜੱਜ ਹੈਗਾ ਡਿਸਟ੍ਰਿਕਟ ਕੋਰਟ ਦਾ ਉਹਨੇ ਸਟੇ ਕਰਤੀ ਹੈ ਜਿਹੜੀ ਰਿਮੇਨ ਇਨ ਮੈਕਸੀਕੋ ਜਿਹੜੀ ਪਾਲਿਸੀ ਸੀ, ਉਹਨੇ ਕਿਹਾ ਵੀ ਇਹ ਲਾਗੂ ਕਰੋ। ਕੋਈ ਸਰਕਾਰ ਨੇ ਉਹ ਚੇਂਜ ਕੀਤੀ ਸੀ, ਲੇਕਿਨ ਉਹ ਜ਼ਿਆਦਾ ਅਪਲਾਈ ਹੁੰਦੀ ਜਿਹੜੇ ਸੈਂਟਰਲ ਅਮਰੀਕਾ ਤੋਂ ਲੋਕ ਆਉਂਦੇ ਆ ਉਹਨਾਂ ਤੇ। ਦੂਸਰਾ ਇਹ ਆ ਕਿ ਜਿਹੜੇ ਹੁਣ ਬਾਰਡਰ ਕ੍ਰੋਸ ਕਰਕੇ ਆਉਣਗੇ ਉਹਨਾਂ ਦੀ ਜਿਹੜੀਆਂ ਹੀਅਰਿੰਗਸ ਨੇ ਉਹ ਜੱਜਾਂ ਕੋਲ ਪੈਣ ਦੀ ਬਜਾਏ ਸੈਲਮ ਅਫਸਰਾਂ ਕੋਲ ਪੈਣਗੀਆਂ ਪਹਿਲਾਂ, ਤੇ ਜੇ ਉਹ ਕੇਸ ਨੂੰ ਨਹੀਂ ਪਾਸ ਕਰਨਗੇ ਫਿਰ ਜੱਜ ਕੋਲ ਜਾਏਗਾ ਇਸ ਤਰ੍ਹਾਂ। ਤੇ ਉਹ ਜਿਹੜਾ ਪ੍ਰੋਸੀਜਰ ਹੈਗਾ ਉਹ ਸਰਕਾਰ ਚੇਂਜ ਕਰਨਾ ਚਾਹੁੰਦੀ ਆ। ਉਹਦੇ ਲਈ ਉਹਨਾਂ ਨੇ ਫੈਡਰਲ ਰਜਿਸਟਰ ਦੇ ਵਿੱਚ 60 ਦਿਨ ਲਈ ਉਹਨੂੰ ਪਬਲਿਸ਼ ਕੀਤਾ ਤੇ ਹੁਣ ਹੋ ਸਕਦਾ 60 ਦਿਨ ਬਾਅਦ ਇਹ ਰੂਲ ਜਿਹੜਾ ਹੈਗਾ ਉਹ ਚੇਂਜ ਹੋਵੇ। ਤੇ ਅਗਲਾ ਸਵਾਲ ਹੈ ਜੀ ਕਿ 18 ਸਾਲ ਦੀ ਉਮਰ ਤੋਂ ਘੱਟ ਬੱਚੇ ਜਿਹੜੇ ਨੇ ਉਹ ਜੇ ਕੈਂਪ ਦੇ ਵਿੱਚ ਹੋਣ ਤਾਂ ਉਹਨਾਂ ਨੂੰ ਜਲਦੀ ਕੱਢ ਦਿੰਦੇ ਆ ਕਿ ਨਹੀਂ? ਪਹਿਲੀ ਗੱਲ ਤਾਂ ਮੈਂ ਰਿਕਮੈਂਡ ਨਹੀਂ ਕਰਦਾ ਕਿ ਇਸ ਤਰੀਕੇ ਨਾਲ ਕੋਈ ਬੱਚਾ ਇੱਥੇ ਆਵੇ, ਕਿਉਂਕਿ ਇਹ ਤਰੀਕਾ ਗਲਤ ਹੈ, ਇਹ ਅਣਮਨੁੱਖੀ ਵੀ ਹੈ। ਕਿਉਂਕਿ ਜਿਹੜੇ ਬੰਦੇ ਲੈ ਕੇ ਆਉਂਦੇ ਨੇ ਉਹੀ ਪਹਿਲਾਂ ਤਾਂ ਉਹਨਾਂ ਦੀ ਕੋਈ ਕ੍ਰੈਡੀਬਿਲਿਟੀ ਨਹੀਂ ਹੁੰਦੀ ਤੇ ਜੇ ਬੱਚੇ ਦੀ ਜਾਨ ਨੂੰ ਵੀ ਖਤਰਾ ਹੋ ਸਕਦਾ। ਸੋ ਇਸ ਤਰੀਕੇ ਨਾਲ ਅਮਰੀਕਾ ਨਾ ਆਓ ਕਿਉਂਕਿ ਇਹ ਗੈਰ ਕਾਨੂੰਨੀ ਆ। ਪਰ ਜਿਹੜਾ ਸਿਸਟਮ ਹੈ ਉਹ ਇਹ ਆ ਵੀ ਜਿਹੜਾ 18 ਸਾਲ ਤੋਂ ਘੱਟ ਆਉਂਦਾ ਉਹਨੂੰ ਜਲਦੀ ਕੱਢ ਦਿੰਦੇ ਆ, ਉਹਦਾ ਗਰੰਟਰ ਸਪਾਂਸਰ ਚਾਹੀਦਾ ਤੇ ਉਹਦਾ ਆਮ ਤੌਰ ਤੇ ਬੌਂਡ ਵੀ ਨਹੀਂ ਪੈਂਦਾ ਕੋਈ। ਜਿਹੜਾ 18 ਤੋਂ ਉੱਪਰ ਹੁੰਦਾ ਉਹਦੀ ਕ੍ਰੈਡੀਬਲ ਫੀਅਰ ਇੰਟਰਵਿਊ ਹੁੰਦੀ ਆ, ਜੇ ਕ੍ਰੈਡੀਬਲ ਫੀਅਰ 'ਚ ਪਾਸ ਹੋਵੇ ਤਾਂ ਛੱਡ ਦਿੰਦੇ ਆ। ਕਈਆਂ ਨੂੰ ਕ੍ਰੈਡੀਬਲ ਤੋਂ ਬਿਨਾਂ ਛੱਡ ਦਿੰਦੇ ਆ ਤਾਂ ਬਾਅਦ 'ਚ ਉਹਨਾਂ ਦੀ ਇੰਟਰਵਿਊ ਜਿਹੜੀ ਹੈਗੀ ਆ ਉਹ ਸੈਲਮ ਆਫਿਸ 'ਚ ਹੁੰਦੀ ਆ। ਤੇ ਇਸ ਤਰ੍ਹਾਂ ਦਾ ਜਿਹੜਾ ਹੈਗਾ ਉਹ ਸਿਸਟਮ ਹੈਗਾ। ਅਗਲਾ ਸਵਾਲ ਹੈ ਜੀ ਕਿ F4 ਕੈਟਾਗਰੀ 'ਚ 28 ਸਾਲ ਦੀ ਉਮਰ ਜੇ ਬੱਚੇ ਦੀ ਹੋਵੇ ਤਾਂ ਆ ਸਕਦਾ। ਦੇਖੋ ਇਹ ਡਿਪੈਂਡ ਕਰੂਗਾ ਚਾਈਲਡ ਸਟੇਟਸ ਪ੍ਰੋਟੈਕਸ਼ਨ ਐਕਟ ਤੇ। ਜੇ ਤਾਂ ਚਾਈਲਡ ਸਟੇਟਸ ਪ੍ਰੋਟੈਕਸ਼ਨ ਐਕਟ ਦੇ ਅੰਡਰ ਕਵਰ ਹੁੰਦਾ ਫਿਰ ਆ ਸਕਦਾ, ਅਦਰਵਾਈਜ਼ ਕੁਝ ਨਹੀਂ ਕਹਿ ਸਕਦੇ ਕਿਉਂਕਿ ਉਹਦੀ ਜਿਹੜੀ ਕੈਲਕੂਲੇਸ਼ਨ ਆ ਉਹ ਦੇਖਣੀ ਪੈਣੀ ਆ ਵੀ ਉਹਦੇ ਅੰਡਰ ਉਹ ਕਵਰ ਹੁੰਦਾ ਕਿ ਨਹੀਂ ਹੁੰਦਾ। ਤੇ ਅਗਲਾ ਸਵਾਲ ਹੈ ਜੀ ਕਿ ਜਦੋਂ 601 ਅਪਰੂਵ ਹੋ ਜਾਂਦਾ ਤਾਂ ਕਿੰਨਾ ਟਾਈਮ ਲੱਗਦਾ? ਜਦੋਂ ਇੱਕ ਵਾਰੀ 601 ਵੇਵਰ ਅਪਰੂਵ ਹੋ ਗਿਆ ਉਦੋਂ ਬਾਅਦ 3 ਤੋਂ 6 ਮਹੀਨੇ ਲੱਗਦੇ ਨੇ ਦੁਬਾਰਾ ਵੀਜ਼ਾ ਮਿਲਣ ਵਾਸਤੇ ਐਮਬੈਸੀ 'ਚ। ਸੋ ਇੰਨਾ ਕੁ ਟਾਈਮ ਜਿਹੜਾ ਹੈਗਾ ਉਹ ਲੱਗਦਾ, ਪਰ ਅੱਜ ਕੱਲ੍ਹ ਹੁਣ ਬੈਕਲੌਗ ਕਰਕੇ ਜ਼ਿਆਦਾ ਟਾਈਮ ਵੀ ਲੱਗ ਰਿਹਾ। ਅਗਲਾ ਸਵਾਲ ਹੈ ਜੀ ਕਿ F4 2006 'ਚ ਕੀਤਾ ਸੀਗਾ, ਸਾਡੀ ਹੈਗੀ ਡੇਟ ਦਸੰਬਰ 6 2006 ਤੱਕ। ਕਦ ਤੱਕ ਵਾਰੀ ਆਊਗੀ? ਲੱਗੂਗਾ ਜੀ ਟਾਈਮ, ਅਜੇ ਸਪਟੈਂਬਰ 5 ਚੱਲ ਰਿਹਾ, ਅਜੇ ਤਾਂ ਸਾਲ ਡੇਢ ਸਾਲ ਹੋਰ ਲੱਗ ਸਕਦਾ ਤੁਹਾਨੂੰ। ਤੇ ਅਗਲਾ ਸਵਾਲ ਹੈ ਇਸੇ ਬਾਰੇ ਹੀ ਹੈ ਕਿ F4 ਕੈਟਾਗਰੀ ਫਾਸਟ ਕਦੋਂ ਹੋਊਗੀ? ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਜੀ ਕਦੋਂ ਫਾਸਟ ਹੋਊਗੀ, ਇਹਦੇ ਬਾਰੇ ਤਾਂ ਹੁਣ ਕਹਿਣਾ ਮੁਸ਼ਕਿਲ ਆ। ਤੇ ਅਸੀਂ ਚਾਹੁੰਦੇ ਹਾਂ ਫਾਸਟ ਹੋਵੇ, ਸਾਰੇ ਹੀ ਚਾਹੁੰਦੇ ਹਾਂ ਆਪਾਂ, ਤੇ ਹੁਣ ਦੇਖਣ ਵਾਲੀ ਗੱਲ ਆ ਵੀ ਕਦੋਂ ਫਾਸਟ ਹੋਊਗੀ, ਪਰ ਅਜੇ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ, ਜੇ ਕਾਫੀ ਸਲੋ ਚੱਲ ਰਹੀ ਆ। ਤੇ ਅਗਲਾ ਸਵਾਲ ਹੈ ਜੀ ਕਿ ਅਮਰੀਕਨ ਸਿਟੀਜ਼ਨ ਲੜਕੀ ਆਪਣੇ ਭਰਾ ਲਈ ਅਪਲਾਈ ਕਰ ਸਕਦੀ? ਹਾਂਜੀ, ਕਿਉਂ ਨਹੀਂ ਅਪਲਾਈ ਕਰ ਸਕਦੀ ਹੈ। F4 ਕੈਟਾਗਰੀ ਇਹਦੇ ਬਾਰੇ ਆਪਾਂ ਗੱਲ ਕਰਦੇ ਹਾਂ ਹੁਣ ਤੱਕ, ਤੇ ਲੇਕਿਨ ਉਹਨੂੰ ਟਾਈਮ ਲੱਗਦਾ। ਉਹ ਇੱਕ ਤਾਂ ਜਿਹੜਾ ਅਪਲਾਈ ਜਿਹਨੇ ਕਰਨਾ ਉਹਦੀ ਉਮਰ 21 ਸਾਲ ਤੋਂ ਉੱਪਰ ਚਾਹੀਦੀ ਆ ਤੇ ਅਪਲਾਈ ਹੋ ਸਕਦਾ, ਪਰ ਇਹਨੂੰ ਟਾਈਮ ਲੱਗੂ ਜੇ ਤੇ ਇੱਕਦਮ ਵੀਜ਼ਾ ਕਰੰਟ ਨਹੀਂ ਹੁੰਦਾ। ਤੇ ਜੇ ਭਰਾ ਮੈਰਿਡ ਆ ਤਾਂ F4 ਕੈਟਾਗਰੀ 'ਚ ਹੁੰਦਾ ਤੇ ਉਹਨੂੰ ਤਕਰੀਬਨ ਅੱਜ ਕੱਲ੍ਹ 15-16 ਸਾਲ ਲੱਗ ਰਹੇ ਆ ਜੀ। ਤੇ ਇੱਕ ਹੁਣ ਆਪਣਾ ਆਖਰੀ ਸਵਾਲ ਅੱਜ ਦਾ ਕਿ ਬੌਂਡ ਕਿੰਨਾ ਪੈ ਰਿਹਾ ਕੈਂਪ 'ਚੋਂ? ਇਹ ਡਿਪੈਂਡ ਕਰਦਾ ਜੀ ਅੱਡ-ਅੱਡ ਕੈਂਪਾਂ 'ਤੇ। ਮੈਂ ਪਿਛਲੇ ਹਫ਼ਤੇ 2 ਬੰਦਿਆਂ ਦੀ ਹੀਅਰਿੰਗ ਕਰਾ ਕੇ ਉਹਨਾਂ ਨੂੰ ਕਢਾਇਆ, ਉਹ 'ਚੋਂ ਇੱਕ ਦਾ ਬੌਂਡ ਪਿਆ, ਇੱਕ ਦਾ ਨਹੀਂ ਪਿਆ। ਸੋ ਜੱਜਾਂ 'ਤੇ ਡਿਪੈਂਡ ਕਰਦਾ, ਕਈ ਵਾਰੀ ਬੌਂਡ ਦੇ ਦਿੰਦੇ ਨੇ, ਕਈ ਵਾਰ ਨਹੀਂ ਦਿੰਦੇ। ਐਨੀਵੇਅਰ ਬਿਟਵੀਨ 10,000 ਤੋਂ ਲੈ ਕੇ 25,000 ਦੀ ਅਮਾਊਂਟ ਤੱਕ ਬੌਂਡ ਪੈ ਰਿਹਾ, ਪਰ ਕਈਆਂ ਨੂੰ ਨਹੀਂ ਵੀ ਬੌਂਡ ਪੈਂਦਾ। ਸੋ ਇਹ ਡਿਪੈਂਡ ਉਹਨਾਂ 'ਤੇ ਕਰਦਾ। ਸੋ ਇਹ ਸੀ ਤੁਹਾਡੇ ਸਵਾਲਾਂ ਦੇ ਜਵਾਬ, ਤੇ ਮੈਨੂੰ ਆਸ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ। ਇਹਨੂੰ ਵੱਧ ਤੋਂ ਵੱਧ ਲਾਈਕ ਕਰੋ, ਸਬਸਕ੍ਰਾਈਬ ਕਰੋ, ਸ਼ੇਅਰ ਕਰੋ।
ਤੇ ਆਪਣੇ ਕਮੈਂਟ ਇੱਥੇ ਪਾਓ ਜਾਂ ਜੇ ਕੋਈ ਸਵਾਲ ਪੁੱਛੋ ਤੇ ਮੈਂ ਅਗਲੀ ਵਾਰੀ ਤੁਹਾਨੂੰ ਸਵਾਲਾਂ ਦੇ ਜਵਾਬ ਜਿਹੜੇ ਆ ਉਹ ਜਵਾਬ ਜ਼ਰੂਰ ਦਿਆਂਗਾ। ਇਹਦੇ ਨਾਲ ਹੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। Jaspreet Singh, attorney at law, New York and California. Immigration, deportation, defense, appeals, family law ਅਤੇ bankruptcy ਲਈ ਸੰਪਰਕ ਕਰੋ। More than 17 years of legal experience. Jaspreet Singh, attorney at law.